सत श्री अकाल, स्वागत है। गौरव शुक्ला मैं हूं तुहाडे नाल। इस बुलेटिन का आगाज करन जा रहे हैं। सब तो पहला वड्डी खबर, करफ्यू दे विच 20 तरीक यानी कि सोमवार तो कोई भी ढिल पंजाब सरकार नहीं देने जा रही। जी हां, वड्डियां गल्लां दे नाल शुरुआत करन जा रहे जो करफ्यू दे ढिल दे नाल जुड़ियां होईयां ने। सरकार दे वल्लों जो डिसीजन लए गए ने उस दे उत्ते सब तो पहला नजर 3 मई तक करफ्यू दे विच कोई ढिल नहीं है। यह मुख्यमंत्री पंजाब दे वल्लों साफ कर दिता गया है। रमजान दे मौके भी कोई स्पैशल राहत नहीं दी जाएगी। डिप्टी कमिश्नर्स ਨੂੰ सख्ती ਨਾਲ ਕਰਫਿਊ ਲਾਗੂ ਕਰਨ ਦੇ ਹੁਕਮ ਦਿੱਤੇ ਨੇ। ਪ੍ਰਸ਼ਾਸਨ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਤੇ ਭੀੜ ਨਾ ਹੋਣ ਦੇਵੇ, ਇਹ ਵੀ ਯਕੀਨੀ ਬਣਾਇਆ ਜਾਵੇ। ਇਹ ਵੀ ਕਿਹਾ ਗਿਆ ਹੈ ਸੋਸ਼ਲ ਡਿਸਟੈਂਸਿੰਗ ਨੂੰ ਯਕੀਨੀ ਬਣਾਇਆ ਜਾਵੇ। ਮੁੱਖ ਮੰਤਰੀ ਨੇ ਇਸ ਦੇ ਵੀ ਆਦੇਸ਼ ਦਿੱਤੇ ਨੇ। ਕਿਸਾਨਾਂ ਨੂੰ ਵਾਢੀ ਅਤੇ ਕਣਕ ਵੇਚਣ ਦੇ ਲਈ ਮਿਲੀ ਰਿਆਇਤ ਜੋ ਪਹਿਲਾਂ ਮਿਲੀ ਸੀ ਉਹ ਜਾਰੀ ਰਹੇਗੀ। ਜਿਨ੍ਹਾਂ ਅਨਾਜ ਮੰਡੀਆਂ 'ਚ ਕਮੀਆਂ ਨੇ ਉਹਨਾਂ ਦਾ ਹੈਲਥ ਆਡਿਟ ਹੋਵੇਗਾ। ਅਨਾਜ ਮੰਡੀਆਂ ਦੇ ਵਿੱਚੋਂ ਕਰੋਨਾ ਫ੍ਰੀ ਖਰੀਦ ਯਕੀਨੀ ਬਣਾਉਣ ਦੇ ਵੀ ਹੁਕਮ ਨੇ। ਇੰਡਸਟਰੀ ਨੂੰ ਵੀ ਸ਼ਰਤਾਂ ਸਣੇ ਕੰਮ ਕਰਨ ਦੀ ਛੋਟ ਜਾਰੀ ਰਹੇਗੀ। ਤੇ 3 ਮਈ ਨੂੰ ਸਰਕਾਰ ਮੁੜ ਸਥਿਤੀ ਦਾ ਜਾਇਜ਼ਾ ਲਏਗੀ। 3 ਮਈ ਤੋਂ ਬਾਅਦ ਹੀ ਅੱਗੇ ਦਾ ਫੈਸਲਾ ਲਿਆ ਜਾਵੇਗਾ। 2-3 ਚੀਜ਼ਾਂ ਬਹੁਤ ਕਲੀਅਰ ਨੇ। ਕੋਈ ਵੀ ਰਾਹਤ ਨਹੀਂ, ਕਿਸੇ ਵੀ ਤਰੀਕੇ ਦੀ ਕੋਈ ਵੀ ਰਾਹਤ ਕੱਲ ਤੋਂ ਨਹੀਂ ਮਿਲਣ ਜਾ ਰਹੀ। ਚਾਹੇ ਉਹ ਏਸੀ ਕੂਲਰਾਂ ਦਾ ਅਸੀਂ ਜ਼ਿਕਰ ਕਰ ਰਹੇ ਸੀ ਜਾਂ ਕੁਝ ਫੈਕਟਰੀਆਂ ਦਾ ਜ਼ਿਕਰ ਕਰ ਰਹੇ ਸੀ कि शायद फैक्ट्रियां जिन्हां दे अंदर ही पूरी लेबर रहिंदी है उन्हां नूं शायद राहत दे दित्ती जावे। जी नहीं, उन्हां नूं कोई राहत नहीं, कोई इंडस्ट्री फिलहाल नहीं चलेगी 3 मई तक। इस दे नाल ही ਜਿਹੜੀਆਂ ਜ਼ਰੂਰੀ ਸੇਵਾਵਾਂ ਦਾ ਪਹਿਲਾਂ ਜ਼ਿਕਰ ਹੋ ਰਿਹਾ ਸੀ, ਜਿਵੇਂ ਰਾਸ਼ਨ ਹੋ ਗਿਆ, ਸਬਜ਼ੀਆਂ ਦੀ ਸਪਲਾਈ ਹੋਗੀ, ਦੁੱਧ ਦੀ ਸਪਲਾਈ ਹੋਗੀ, ਜਿਹੜੀਆਂ ਬਹੁਤ ਜ਼ਰੂਰੀ ਸਰਵਿਸਿਜ਼ ਨੇ ਜੋ ਪਹਿਲਾਂ ਜਾਰੀ ਸੀ ਉਹੀ ਹੁਣ ਸੋਮਵਾਰ ਤੋਂ ਹੀ ਜਾਰੀ ਰਹਿਣਗੀਆਂ। ਹੋਰ ਕੋਈ ਨਵੀਂ ਸਰਵਿਸ ਨਹੀਂ ਜੋੜੀ ਜਾ ਰਹੀ ਤੇ ਹੋਰ ਸਖਤੀ ਨਾਲ ਪਾਲਣਾ ਕਰਵਾਈ ਜਾਵੇ। ਇਹ ਵੀ ਡੀਸੀਜ਼ ਨੂੰ ਆਦੇਸ਼ ਦਿੱਤੇ ਗਏ ਨੇ। ਤੇ ਇਸ ਤੋਂ ਚੱਲੇ ਇੱਕ ਹੋਰ ਵੱਡੀ ਖਬਰ ਆ, ਉਸ ਦਾ ਰੁਖ ਕਰਦੇ ਹਾਂ। ਖਰੜ ਦੇ ਨਾਲ ਜੁੜੀ ਹੋਈ ਕਰਫਿਊ ਦੌਰਾਨ ਖਰੜ ਫਲਾਈਓਵਰ ਦਾ ਕੰਮ ਸ਼ੁਰੂ ਕੀਤਾ ਜਾਏਗਾ। ਜੀ NHAI ਦੀ ਅਰਜ਼ੀ ਦੇ ਉੱਤੇ ਮੋਹਾਲੀ ਪ੍ਰਸ਼ਾਸਨ ਨੇ ਮਨਜ਼ੂਰੀ ਦੇ ਦਿੱਤੀ ਹੈ। NHAI ਨੇ ਕੰਮ ਸ਼ੁਰੂ ਕਰਨ ਦੇ ਲਈ ਅਰਜ਼ੀ ਲਿਖੀ ਸੀ ਕਿ ਫਲਾਈਓਵਰ ਦਾ ਕੰਮ ਸ਼ੁਰੂ ਕੀਤਾ ਜਾਵੇ। ਲੋਕ ਹਿੱਤੇ ਵਿੱਚ ਹੈ ਤੇ DC ਦੇ ਵੱਲੋਂ ਇਹ ਇਜਾਜ਼ਤ ਦਿੱਤੀ ਗਈ ਹੈ ਕਿ ਲੋਕ ਹਿੱਤ ਦੇ ਵਿੱਚ ਕੰਮ ਹੈ, ਇਸ ਕਰਕੇ ਇਸ ਕੰਮ ਨੂੰ ਸ਼ੁਰੂ ਕਰ ਦਿੱਤਾ ਜਾਣਾ ਚਾਹੀਦਾ ਹੈ। NHAI ਨੇ ਸੁਰੱਖਿਆ ਮਾਪਦੰਡਾਂ ਦੀ ਭਰੋਸਾ ਦਿੱਤਾ ਹੈ। DC ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਮੋਹਾਲੀ ਜ਼ਿਲ੍ਹੇ ਦੇ ਵਿੱਚ ਕਰਫਿਊ ਜਾਰੀ ਰਹੇਗਾ, ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਹੈ। ਖਰੜ ਦੇ ਨਾਲ ਤੁਹਾਨੂੰ ਜੁੜੀ ਹੋਈ ਇਸ ਸਮੇਂ ਵੱਡੀ ਖਬਰ ਦੱਸ ਰਹੇ ਹਾਂ ਕਿਉਂਕਿ ਇੱਕ ਵੱਡਾ ਹਿੱਸਾ ਹੈ ਜੋ ਇਸ ਸਮੇਂ ਇਸ ਪੁਲ ਦੀ ਵਜ੍ਹਾ ਦੇ ਨਾਲ ਪ੍ਰਭਾਵਿਤ ਹੈ। ਜੋ ਫਲਾਈਓਵਰ ਬਣ ਰਿਹਾ ਹੈ ਬਹੁਤ ਲੰਬੇ ਸਮੇਂ ਤੋਂ ਅਟਕਦਾ ਆ ਰਿਹਾ ਹੈ ਤੇ ਸਤੰਬਰ ਤੱਕ ਦਾ ਇੱਕ ਵਾਰ ਫਿਰ ਤੋਂ ਸਮਾਂ ਦਿੱਤਾ ਗਿਆ ਕਿ ਸਤੰਬਰ ਤੱਕ ਇਸ ਫਲਾਈਓਵਰ ਨੂੰ ਕੰਪਲੀਟ ਕਰ ਲਿਆ ਜਾਏਗਾ। ਵੱਡੀ ਖਬਰ ਖਰੜ ਫਲਾਈਓਵਰ ਦੇ ਨਾਲ ਜੁੜੀ ਹੋਈ। ਕਰਫਿਊ ਦੇ ਦੌਰਾਨ ਕੋਈ ਵੀ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਹੈ, ਪਰ ਖਰੜ ਫਲਾਈਓਵਰ ਦੇ ਕੰਮ ਨੂੰ ਇੱਕ ਵਾਰ ਮੁੜ ਤੋਂ ਸ਼ੁਰੂ ਕੀਤਾ ਜਾਏਗਾ। ਇਹ ਹੁਕਮ ਦਿੱਤੇ ਗਏ ਨੇ ਤੇ ਤੁਹਾਨੂੰ ਦੱਸ ਦਈਏ NHAI ਦੇ ਵੱਲੋਂ ਕਿਹਾ ਗਿਆ ਸੀ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਇਹ ਅਰਜ਼ੀ ਲਗਾਈ ਗਈ ਸੀ DC ਪ੍ਰਸ਼ਾਸਨ ਨੂੰ, ਮੋਹਾਲੀ ਦੇ ਪ੍ਰਸ਼ਾਸਨ ਨੂੰ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ ਇਸ ਸਮੇਂ ਜਿਹੜਾ ਪੁਲ ਦਾ ਕੰਮ ਅਸੀਂ ਹੋਰ ਅੱਗੇ ਵਧਾ ਸਕੀਏ। ਤੇ DC ਦੇ ਵੱਲੋਂ ਇਹ ਹੁਕਮ ਦੇ ਦਿੱਤੇ ਗਏ ਨੇ ਕਿ ਠੀਕ ਹੈ, ਤੁਸੀਂ ਆ ਕੇ ਖਰੜ ਦਾ ਫਲਾਈਓਵਰ ਦਾ ਜੋ ਕੰਮ ਹੈ ਉਸ ਨੂੰ ਅੱਗੇ ਵਧਾ ਸਕਦੇ ਹੋ, ਉਸ ਦੇ ਕੰਮ ਨੂੰ ਰਿਜ਼ਿਊਮ ਕਰ ਸਕਦੇ ਹੋ। ਨਾਲ ਹੀ DC ਮੋਹਾਲੀ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ NHAI ਨੇ ਭਰੋਸਾ ਦਿੱਤਾ ਹੈ ਕਿ ਸੋਸ਼ਲ ਡਿਸਟੈਂਸਿੰਗ ਤੇ ਜਿਹੜੇ ਹੋਰ ਮਾਪਦੰਡ ਨੇ ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਤੇ ਉਸ ਤੋਂ ਬਾਅਦ ਇਹ ਇਜਾਜ਼ਤ ਦਿੱਤੀ ਗਈ। ਹਾਲਾਂਕਿ ਬਹੁਤ ਸਾਰੇ ਸਵਾਲ ਨੇ ਕਿਉਂਕਿ ਬਹੁਤ ਸਾਰਾ ਸਮਾਨ ਜਿਹੜਾ ਇਸ ਸਮੇਂ ਮੋਹਾਲੀ ਦਾ ਜਾਂ ਖਰੜ ਦਾ ਇਹ ਫਲਾਈਓਵਰ ਜੋ ਬਣਾਇਆ ਜਾ ਰਿਹਾ ਹੈ ਉਸ ਦੇ ਵਿੱਚ ਬਾਹਰੋਂ ਮੰਗਾਇਆ ਜਾਂਦਾ ਹੈ ਤਾਂ ਕਿ ਉਹਨਾਂ ਟਰੱਕਾਂ ਨੂੰ ਵੀ ਕੋਈ ਖਾਸ ਪਾਸ ਦਿੱਤੇ ਜਾਣਗੇ। ਬਹੁਤ ਸਾਰੇ ਸਵਾਲ ਨੇ। ਖੈਰ, ਜਿਹੜੇ ਡਿਸੀਜਨ ਲਏ ਗਏ ਨੇ ਉਸ ਦੇ ਵਿੱਚ ਜ਼ਰੂਰ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਿਆ ਗਿਆ ਹੋਏਗਾ। ਵੱਡੀ ਖਬਰ ਹੈ ਕਿਉਂਕਿ ਇਸ ਸਮੇਂ ਆਵਾਜਾਈ ਬਿਲਕੁਲ ਠੱਪ ਹੈ, ਬਿਲਕੁਲ ਕਰਫਿਊ ਲੱਗਿਆ ਹੋਇਆ ਹੈ, ਬਹੁਤ ਇੱਕਾ ਦੁੱਕਾ ਗੱਡੀਆਂ ਉੱਥੋਂ ਨਿਕਲਦੀਆਂ ਨੇ ਤਾਂ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਰਿਜ਼ਿਊਮ ਕਰ ਦਿੱਤਾ ਜਾਵੇ ਕੰਮ, ਇਹ ਪੂਰਾ ਫੈਸਲਾ ਲਿਆ ਗਿਆ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਅਗਲੀ ਖਬਰ ਜਲੰਧਰ ਤੋਂ ਹੈ। ਕੋਰੋਨਾ ਦੇ 6 ਨਵੇਂ ਕੇਸ ਉੱਥੇ ਆਏ ਨੇ। ਜੀ ਹਾਂ, ਸਾਰੇ ਕੇਸ ਪੋਜ਼ਿਟਿਵ ਮਰੀਜ਼ਾਂ ਦੇ ਸੰਪਰਕ ਦੇ ਵਿੱਚ ਜੋ ਲੋਕ ਆਏ ਸੀ ਉਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਹੁਣ ਜਲੰਧਰ ਦੇ ਵਿੱਚ ਗਿਣਤੀ 41 ਤੋਂ ਵੱਧ ਕੇ 47 ਤੱਕ ਪਹੁੰਚ ਚੁੱਕੀ ਹੈ। ਪੰਜਾਬ ਦੇ ਵਿੱਚ ਗਿਣਤੀ ਹੁਣ 238 ਤੋਂ ਵੱਧ ਕੇ 244 ਤੱਕ ਪਹੁੰਚ ਚੁੱਕੀ ਹੈ, ਯਾਨੀ 250 ਦੇ ਕਰੀਬ ਪੰਜਾਬ ਦੇ ਵਿੱਚ ਮਰੀਜ਼ਾਂ ਦਾ ਅੰਕੜਾ ਪਹੁੰਚ ਚੁੱਕਿਆ ਹੈ। ਵੱਡੀ ਖਬਰ ਇਸ ਸਮੇਂ ਜਲੰਧਰ ਤੋਂ ਤੁਹਾਨੂੰ ਦੱਸ ਰਹੇ ਹਾਂ। ਜਲੰਧਰ ਦੇ ਵਿੱਚ 6 ਨਵੇਂ ਕੇਸ ਕੋਰੋਨਾ ਪੋਜ਼ਿਟਿਵ। ਇਸ ਸਮੇਂ ਵੀ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ 6 ਦੇ 6 ਨਵੇਂ ਮਾਮਲੇ ਜੋ ਸਾਹਮਣੇ ਆਏ ਨੇ ਇਹ ਉਹ ਲੋਕਾਂ ਦੇ ਸੰਪਰਕ ਦੇ ਵਿੱਚ ਹੀ ਆਏ ਸੀ ਜੋ ਪਹਿਲਾਂ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ। ਇਹ ਤੁਸੀਂ ਥੋੜੀ ਜਿਹੀ ਰਾਹਤ ਕਹਿ ਸਕਦੇ ਹੋ ਕਿਉਂਕਿ ਜਦੋਂ ਪਤਾ ਲੱਗ ਜਾਏ ਕਿ ਕੌਣ ਕਿਸ ਦੇ ਸੰਪਰਕ ਦੇ ਵਿੱਚ ਆਉਣ ਦੇ ਨਾਲ ਪੋਜ਼ਿਟਿਵ ਹੋ ਗਿਆ ਤਾਂ ਉਹ ਥੋੜੀ ਜਿਹੀ ਰਿਲੀਫ ਹੁੰਦੀ ਹੈ। ਜੇਕਰ ਕਿਸੇ ਦਾ ਪਤਾ ਹੀ ਨਾ ਲੱਗੇ ਕਿ ਉਹ ਕਿੱਥੋਂ ਇਨਫੈਕਟਡ ਹੋ ਗਿਆ ਤਾਂ ਬਹੁਤ ਟੈਨਸ਼ਨ ਵੱਧ ਜਾਂਦੀ ਹੈ ਕਿ ਇਸ ਦੀ ਵਜ੍ਹਾ ਇਹ ਹੈ
ਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਹੋ ਸਕਦਾ ਹੈ ਕਿ ਇਨਫੈਕਸ਼ਨ ਹੋਵੇ। ਜਦੋਂ ਕੋਈ ਕਿਸੇ ਦੇ ਸੰਪਰਕ ਦੇ ਵਿੱਚ ਆਉਣ ਦੇ ਨਾਲ ਸਿੱਧੇ ਤੌਰ ਤੇ ਪਤਾ ਲੱਗ ਜਾਏ ਕਿ ਹਾਂ ਇਸ ਦੇ ਸੰਪਰਕ ਦੇ ਵਿੱਚ ਆਉਣ ਦੇ ਨਾਲ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਤਾਂ ਥੋੜੀ ਰਾਹਤ ਹੈਲਥ ਡਿਪਾਰਟਮੈਂਟ ਦੇ ਲਈ ਜ਼ਰੂਰ ਹੁੰਦੀ ਹੈ। ਜਲੰਧਰ ਤੋਂ 6 ਨਵੇਂ ਮਾਮਲੇ ਇਸ ਸਮੇਂ ਰਿਪੋਰਟ ਕੀਤੇ ਗਏ ਨੇ ਤੇ ਸਿਰਫ ਜਲੰਧਰ ਦੇ ਵਿੱਚ ਗਿਣਤੀ 50 ਦੇ ਨੇੜੇ ਪਹੁੰਚ ਚੁੱਕੀ ਹੈ। 41 ਤੋਂ ਵੱਧ ਕੇ ਇਸ ਸਮੇਂ 47 ਮਰੀਜ਼ਾਂ ਦੀ ਗਿਣਤੀ ਹੋ ਚੁੱਕੀ ਹੈ ਜਲੰਧਰ ਦੇ ਵਿੱਚ ਤੇ ਪੂਰੇ ਪੰਜਾਬ ਦਾ ਅਸੀਂ ਜ਼ਿਕਰ ਕਰੀਏ 244 ਮਾਮਲੇ ਇਸ ਸਮੇਂ ਹੁਣ ਤੱਕ ਸਾਹਮਣੇ ਆ ਚੁੱਕੇ ਨੇ। ਉਹਦਾ 3 ਨਵੇਂ ਕੇਸ ਚੰਡੀਗੜ੍ਹ ਤੋਂ ਵੀ ਸਾਹਮਣੇ ਆਏ ਨੇ। ਵੱਡੀ ਖਬਰ ਚੰਡੀਗੜ੍ਹ ਤੋਂ ਵੀ 2 ਦਿਨ ਤੋਂ ਰਾਹਤ ਸੀ ਕਿ ਚੰਡੀਗੜ੍ਹ ਦੇ ਵਿੱਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ, ਪਰ ਚੰਡੀਗੜ੍ਹ 'ਚ 3 ਨਵੇਂ ਮਾਮਲੇ ਅੱਜ ਸਾਹਮਣੇ ਆ ਗਏ ਤੇ ਚੰਡੀਗੜ੍ਹ ਦੇ ਵਿੱਚ ਵੀ ਗਿਣਤੀ ਜਿਹੜੇ ਕੇਸ ਨੇ ਉਹਨਾਂ ਦੀ ਵੱਧਦੀ ਹੋਈ ਨਜ਼ਰ ਆ ਰਹੀ ਹੈ। ਤੇ ਤੁਹਾਨੂੰ ਦੱਸ ਦਈਏ ਕਿ ਇੱਥੇ ਵੀ ਰਾਹਤ ਵਾਲੀ ਖਬਰ ਜਲੰਧਰ ਦੀ ਤਰ੍ਹਾਂ ਹੀ ਸੀ ਕਿ ਜੋ ਪਹਿਲਾਂ ਪੋਜ਼ਿਟਿਵ ਮਾਮਲਾ ਸੀ ਉਹਨਾਂ ਦੇ ਸੰਪਰਕ ਦੇ ਵਿੱਚ ਆਉਣ ਦੀ ਵਜ੍ਹਾ ਨਾਲ ਹੀ ਇਹ 3 ਜਿਹੜੇ ਨਵੇਂ ਕੇਸ ਆਏ ਨੇ, ਯਾਨੀ ਕਿ ਇਹ ਲੋਕ ਇਨਫੈਕਟਡ ਹੋਏ ਨੇ। ਸੈਕਟਰ 30 ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ। ਸੈਕਟਰ 30 ਤੋਂ ਇੱਕ ਮਹਿਲਾ ਦੀ ਰਿਪੋਰਟ ਪੋਜ਼ਿਟਿਵ ਆਈ ਸੀ, ਹੁਣ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਹੀ ਰਿਪੋਰਟ ਪੋਜ਼ਿਟਿਵ ਆਈ ਹੈ। ਇਹ ਜਿਹੜੇ 3 ਨਵੇਂ ਮਾਮਲੇ ਸਾਹਮਣੇ ਆਏ ਨੇ, ਜਿਹੜੀ 30 ਸੈਕਟਰ ਦੀ ਮਹਿਲਾ ਜੋ ਪੋਜ਼ਿਟਿਵ ਆਈ ਸੀ ਉਹਨਾਂ ਦੇ ਪਰਿਵਾਰਕ ਮੈਂਬਰ ਨੇ, ਉਹਨਾਂ ਦੇ ਪਤੀ ਅਤੇ ਬੇਟੇ ਤੇ ਪੋਤੀ, ਯਾਨੀ ਕਿ ਬੇਟੇ ਦੀ ਬੇਟੀ ਨੂੰ ਵੀ ਕੋਰੋਨਾ ਹੋ ਚੁੱਕਿਆ, ਉਸ ਦੀ ਵੀ ਰਿਪੋਰਟ ਪੋਜ਼ਿਟਿਵ ਆਈ ਹੈ। ਪਰਿਵਾਰ ਦੇ ਲਈ ਇਸ ਸਮੇਂ ਜ਼ਰੂਰ ਦਿੱਕਤ ਹੋਏਗੀ। ਪ੍ਰਸ਼ਾਸਨ ਪੂਰੇ ਇhtiyat ਇਸ ਸਮੇਂ ਵਰਤ ਰਿਹਾ ਹੈ। ਇਹੀ ਇਸ ਸਮੇਂ ਕੀਤਾ ਜਾ ਰਿਹਾ ਕਿ ਜਦੋਂ ਕਿਸੇ ਦੇ ਬਾਰੇ ਪਤਾ ਲੱਗ ਗਿਆ ਕਿ ਉਹ ਕੋਰੋਨਾ ਪੋਜ਼ਿਟਿਵ ਹੈ ਤਾਂ ਉਸ ਤੋਂ ਬਾਅਦ ਫੌਰੀ ਤੌਰ ਤੇ ਉਹਨਾਂ ਨੂੰ ਆਈਸੋਲੇਟ ਕਰ ਦਿੱਤਾ ਜਾਂਦਾ ਹੈ। ਪੂਰੇ ਪਰਿਵਾਰ ਨੂੰ ਕੁਆਰੰਟਾਈਨ ਕਰ ਦਿੱਤਾ ਜਾਂਦਾ, ਜਿਹੜੇ ਸੰਪਰਕ ਦੇ ਵਿੱਚ ਸਿੱਧਾ ਲੋਕ ਆਏ ਹੁੰਦੇ ਨੇ ਉਹਨਾਂ ਨੂੰ ਕੁਆਰੰਟਾਈਨ ਕਰ ਦਿੱਤਾ ਜਾਂਦਾ ਹੈ। ਤਾਂ ਚੰਡੀਗੜ੍ਹ ਤੋਂ 3 ਨਵੇਂ ਮਾਮਲੇ ਸਾਹਮਣੇ ਆਏ ਨੇ, 26 ਤੱਕ ਗਿਣਤੀ ਪਹੁੰਚ ਚੁੱਕੀ ਹੈ। ਇਹ ਵੀ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ 13 ਲੋਕਾਂ ਨੇ ਮਾਤ ਵੀ ਦਿੱਤੀ ਹੈ ਕੋਰੋਨਾ ਨੂੰ। ਇੱਥੇ ਇਹ ਵੀ ਕਾਬਿਲ ਗੌਰ ਹੈ ਕਿ ਹੁਣ ਤੱਕ ਚੰਡੀਗੜ੍ਹ ਦੇ ਵਿੱਚ ਕੋਈ ਜਾਨੀ ਨੁਕਸਾਨ ਦਾ ਯਾਨੀ ਕਿ ਕਿਸੇ ਮੌਤ ਦੀ ਖਬਰ ਸਾਹਮਣੇ ਹੁਣ ਤੱਕ ਨਹੀਂ ਆਈ। ਇਹ ਵੀ ਚੰਡੀਗੜ੍ਹ ਵਾਸੀਆਂ ਦੇ ਲਈ ਇੱਕ ਰਾਹਤ ਦੀ ਖਬਰ ਹੈ। ਅਗਲੀ ਖਬਰ ਪੰਜਾਬ ਪੁਲਿਸ ਦੇ ਨਾਲ ਜੁੜੀ ਹੋਈ। ਏਸੀਪੀ ਦੀ ਮੌਤ ਤੋਂ ਬਾਅਦ ਪੰਜਾਬ ਪੁਲਿਸ ਦਾ ਵੱਡਾ ਫੈਸਲਾ ਸਾਹਮਣੇ ਆਇਆ। ਕੋਰੋਨਾ ਨੂੰ ਲੈ ਕੇ ਪੰਜਾਬ ਪੁਲਿਸ ਨੇ ਇਹਤਿਆਤਨ ਬਜ਼ੁਰਗ ਮੁਲਾਜ਼ਮਾਂ ਦੀ ਤੈਨਾਤੀ ਨੂੰ ਹਟਾਉਣ ਦਾ ਫੈਸਲਾ ਲਿਆ, ਯਾਨੀ ਕਿ ਫਰੰਟ ਲਾਈਨਰਸ ਦੇ ਉੱਤੇ ਹੁਣ 55 ਸਾਲ ਤੋਂ ਵੱਧ ਦੇ ਪੁਲਿਸ ਮੁਲਾਜ਼ਮ ਤੁਹਾਨੂੰ ਨਜ਼ਰ ਨਹੀਂ ਆਣਗੇ। ਜੋ ਫਰੰਟ ਲਾਈਨ ਨੇ, ਮਤਲਬ ਜੋ ਸਿੱਧਾ ਲੋਕਾਂ ਦੇ ਸੰਪਰਕ ਦੇ ਵਿੱਚ ਆ ਰਹੇ ਨੇ, ਜੋ ਡਿਸੀਜਨ ਲੈ ਰਹੇ ਨੇ ਜਾਂ ਕਿਤੇ ਜਾਂਦੇ ਨੇ, ਉਹਨਾਂ ਦੇ ਵਿੱਚ ਹੁਣ ਨਹੀਂ ਹੋਏਗਾ। 55 ਸਾਲ ਤੋਂ ਵੱਧ ਉਮਰ ਵਰਗ ਦੇ ਮੁਲਾਜ਼ਮਾਂ ਦੇ ਲਈ ਇਹ ਫੈਸਲਾ ਲਿਆ ਗਿਆ। ਫਰੰਟ ਲਾਈਨ ਤੇ ਉਹਨਾਂ ਦੀ ਡਿਊਟੀ ਨਹੀਂ ਲੱਗੇਗੀ। ਡੀਜੀਪੀ ਦੇ ਵੱਲੋਂ ਸਾਫ਼ ਕੀਤਾ ਗਿਆ। ਸਰਕਾਰ ਤੋਂ ਨਾਲ ਹੀ ਪੰਜਾਬ ਪੁਲਿਸ ਦੇ ਵੱਲੋਂ ਸਰਕਾਰ ਤੋਂ ਮੁਲਾਜ਼ਮਾਂ ਦੇ ਲਈ, ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਲਈ 4050 ਪੀਪੀ ਕਿੱਟਾਂ, 18000 N95 ਮਾਸਕ ਦੀ ਵੀ ਮੰਗ ਕੀਤੀ ਗਈ ਹੈ। ਤੇ ਨਾਲ ਹੀ ਦੂਜੇ ਪਾਸੇ ਕਿਉਂਕਿ ਡਿਊਟੀ ਬਹੁਤ ਲੰਬੀ ਹੋ ਰਹੀ ਸੀ, ਇਸ ਕਰਕੇ ਵੀ ਫੈਸਲਾ ਲਿਆ ਗਿਆ ਹੈ ਕਿ ਮੁਲਾਜ਼ਮਾਂ ਦੇ ਲਈ ਰੈਸਟ ਜਾਂ ਫਿਰ ਜੋ ਵੀਕਲੀ ਆਫ ਹੁੰਦਾ ਹੈ, ਛੁੱਟੀ ਹੁੰਦੀ ਹੈ, ਉਹ ਵੀ ਦਿੱਤੀ ਜਾਵੇ ਤਾਂ ਕਿ ਜਿਹੜਾ ਇੱਕ ਬਰਡਨ ਹੈ ਇਸ ਸਮੇਂ ਉਸ ਨੂੰ ਵੀ ਥੋੜਾ ਘੱਟ ਕੀਤਾ ਜਾ ਸਕੇ। ਕੋਰੋਨਾ ਦੇ ਖਿਲਾਫ ਲੜਾਈ ਦੇ ਵਿੱਚ ਫਰੰਟ ਲਾਈਨ ਤੇ ਪੁਲਿਸ ਮੁਲਾਜ਼ਮ ਨੇ, ਪੁਲਿਸ ਫੋਰਸ ਹੈ, ਲੋਕਾਂ ਦੇ ਨਾਲ ਸਿੱਧਾ ਸੰਪਰਕ ਦੇ ਵਿੱਚ ਆਉਂਦੀ ਹੈ ਤਾਂ ਖਤਰਾ ਲਾਜ਼ਮੀ ਤੌਰ ਤੇ ਉਹਨਾਂ ਦੇ ਲਈ ਬਹੁਤ ਜ਼ਿਆਦਾ ਹੈ। ਕੋਰੋਨਾ ਨੂੰ ਲੈ ਕੇ ਇਹ ਡਿਸੀਜਨ ਲਿਆ ਗਿਆ ਕਿ 55 ਸਾਲ ਤੋਂ ਜ਼ਿਆਦਾ ਦਾ ਕੋਈ ਵੀ ਪੁਲਿਸ ਮੁਲਾਜ਼ਮ ਹੁਣ ਤੁਹਾਨੂੰ ਫਰੰਟ ਲਾਈਨ ਤੇ ਮੌਜੂਦ ਨਜ਼ਰ ਨਹੀਂ ਆਏਗਾ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਏਸੀਪੀ ਦੀ ਮੌਤ ਦੇ ਨਾਲ ਜੁੜੇ 10 ਵੱਡੇ ਅਪਡੇਟ ਕੀ ਨੇ, ਇਹ ਵੀ ਤੁਹਾਨੂੰ ਦੱਸ ਦਈਏ ਕਿਉਂਕਿ ਏਸੀਪੀ ਦੀ ਮੌਤ ਹੋਈ, ਲੁਧਿਆਣਾ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਪਰ ਜੋ ਉਹਨਾਂ ਦੇ ਸੰਪਰਕ ਦੇ ਵਿੱਚ ਆਏ ਲੋਕ ਉਹ ਜਿੱਥੇ ਗਏ ਉਹਨਾਂ ਨੇ ਜ਼ਰੂਰ ਕਿਤੇ ਨਾ ਕਿਤੇ ਚਿੰਤਾ ਨੂੰ ਵਧਾ ਦਿੱਤਾ ਹੈ। ਏਸੀਪੀ ਦੀ ਮੌਤ ਤੋਂ ਬਾਅਦ ਲੁਧਿਆਣਾ ਦੇ ਡੀਸੀ ਖੁਦ ਨੂੰ ਕੁਆਰੰਟਾਈਨ ਕਰ ਚੁੱਕੇ ਨੇ। ਉਹਨਾਂ ਨੂੰ ਲੱਗਿਆ ਕਿ ਸ਼ਾਇਦ ਮੈਂ ਏਸੀਪੀ ਦੇ ਸੰਪਰਕ ਦੇ ਵਿੱਚ ਆਇਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਖੁਦ ਨੂੰ ਕੁਆਰੰਟਾਈਨ ਕਰ ਲਿਆ। ਬਹੁਤ ਵਧੀਆ ਫੈਸਲਾ ਉਹਨਾਂ ਦਾ ਕਹਿ ਸਕਦੇ ਹੋ ਤੁਸੀਂ। ਉਧਰ ਏਸੀਪੀ ਦੇ ਸੰਪਰਕ ਦੇ ਵਿੱਚ ਆਉਣ ਵਾਲੇ 3 ਪੁਲਿਸ ਮੁਲਾਜ਼ਮ ਕੁਆਰੰਟਾਈਨ ਕੀਤੇ ਗਏ ਨੇ। ਏਸੀਪੀ ਦੀ ਮੌਤ ਦੇ ਨਾਲ ਮੋਗਾ ਦੇ ਵਿੱਚ ਵੀ ਹੜਕੰਪ ਹੈ। ਕਈ ਲੋਕਾਂ ਦੇ ਸੰਪਰਕ ਦੇ ਵਿੱਚ ਏਸੀਪੀ ਦਾ ਗਨਮੈਨ ਆ ਗਿਆ। 7 ਲੋਕ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤੇ ਗਏ ਨੇ, ਉਹਨਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਤੇ ਕਰੀਬ 12 ਲੋਕਾਂ ਨੂੰ ਮੋਗਾ ਦੇ ਵਿੱਚ ਹੋਮ ਕੁਆਰੰਟਾਈਨ ਕੀਤਾ ਗਿਆ। ਉਧਰ ਪੀੜਤ ਗਨਮੈਨ ਤੋਂ ਦੱਸ ਦਈਏ ਕਿ ਖੁਦ ਫਿਰੋਜ਼ਪੁਰ ਦੇ ਹਸਪਤਾਲ ਦੇ ਵਿੱਚ ਆਈਸੋਲੇਟ ਹੈ, ਜਿਸ ਦੀ ਰਿਪੋਰਟ ਆਲਰੇਡੀ ਪੋਜ਼ਿਟਿਵ ਆ ਚੁੱਕੀ ਹੈ। ਏਸੀਪੀ ਦੇ ਦੂਜੇ ਗਨਮੈਨ ਦੀ ਰਿਪੋਰਟ ਨੈਗੇਟਿਵ ਆਈ ਹੈ, ਜੋ ਰਾਹਤ ਦੀ ਖਬਰ ਹੈ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਲਈ ਵੀ, ਕਿਉਂਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਏਸੀਪੀ ਦਾ ਦੂਜਾ ਗਨਮੈਨ ਰਹਿੰਦਾ ਹੈ। ਕੋਰੋਨਾ ਦੇ ਨਾਲ ਏਸੀਪੀ ਅਨਿਲ ਕੋਹਲੀ ਦੀ ਇੱਕ ਦਿਨ ਪਹਿਲਾਂ ਮੌਤ ਹੋਈ ਸੀ। ਲੁਧਿਆਣਾ ਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਇਹ ਵੀ ਤੁਹਾਨੂੰ ਦੱਸ ਦਈਏ ਕਿ ਏਸੀਪੀ ਦੇ ਪਰਿਵਾਰ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ 50 ਲੱਖ ਰੁਪਏ ਦੀ ਆਰਥਿਕ ਮਦਦ ਦਾ ਆਲਰੇਡੀ ਐਲਾਨ ਕੀਤਾ ਜਾ ਚੁੱਕਾ ਹੈ। ਨਵਜੋਤ ਸਿੰਘ ਸਿੱਧੂ ਦਾ ਵੀ ਜ਼ਿਕਰ ਕਰ ਲੈਂਦੇ ਆ, ਜੋ ਬਾਹਰ ਆ ਰਹੇ ਨੇ, ਲੋਕਾਂ ਦੀ ਮਦਦ ਕਰ ਰਹੇ ਨੇ, ਪਰ ਬਿਨਾਂ ਮਾਸਕ ਤੋਂ, ਕਾਨੂੰਨ ਦੀਆਂ ਤਾਂ ਜਿਉਣਾ ਕੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਬਿਨਾਂ ਰੱਖੇ। ਮਨਮਾਨੀ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਮੁੱਖ ਮੰਤਰੀ ਦਫ਼ਤਰ ਨੇ ਅੰਮ੍ਰਿਤਸਰ ਡੀਸੀ ਨੂੰ ਨੋਟਿਸ ਭੇਜ ਦਿੱਤਾ ਹੈ ਤੇ ਕਿਹਾ ਗਿਆ ਕਿ ਢੁਕਵੀਂ ਕਾਰਵਾਈ ਕੀਤੀ ਜਾਵੇ। ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜੋ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ,
ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਦੇ ਸੀਨੀਅਰ ਵਕੀਲ ਐਚਸੀ ਅਰੋੜਾ ਦੇ ਵੱਲੋਂ ਸਿੱਧੂ ਦੀ ਸ਼ਿਕਾਇਤ ਕੀਤੀ ਗਈ ਸੀ। ਸਿੱਧੂ ਤੇ ਕਾਰਵਾਈ ਕਰਨ ਦੇ ਲਈ ਸੀਐਮ ਨੂੰ ਚਿੱਠੀ ਲਿਖੀ ਗਈ ਸੀ। ਉਹਨਾਂ ਦੇ ਵੱਲੋਂ ਨਿਊਜ਼ 18 ਦੀ ਖਬਰ ਦਾ ਹਵਾਲਾ ਵੀ ਦਿੱਤਾ ਗਿਆ ਸੀ। ਮਾਸਕ ਨਾ ਪਾਉਣ ਸੰਬੰਧੀ ਸਿੱਧੂ ਦੀ ਸ਼ਿਕਾਇਤ ਕੀਤੀ ਗਈ ਸੀ ਕਿ ਸਿੱਧੂ ਬਿਨਾਂ ਮਾਸਕ ਤੋਂ ਬਾਹਰ ਆ ਰਹੇ ਨੇ, ਕਾਨੂੰਨ ਦੀ ਉਲੰਘਣਾ ਕਰ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਸਿੱਧੂ ਲਗਾਤਾਰ ਨਜ਼ਰ ਆਏ ਨੇ, ਬਿਨਾਂ ਮਾਸਕ ਤੋਂ ਪਬਲਿਕ ਦੇ ਵਿੱਚ ਘੁੰਮਦੇ ਨਜ਼ਰ ਆਏ ਨੇ ਤੇ ਉਹਨਾਂ ਦੇ ਖਿਲਾਫ ਹੁਣ ਕਾਰਵਾਈ ਹੋ ਸਕਦੀ ਹੈ, ਮੁਸ਼ਕਿਲ ਵੱਧ ਸਕਦੀ ਹੈ। ਡੀਸੀ ਅੰਮ੍ਰਿਤਸਰ ਨੂੰ ਕਿਹਾ ਗਿਆ ਹੈ ਕਿ ਢੁਕਵੀਂ ਕਾਰਵਾਈ ਇਸ ਪੂਰੇ ਮਾਮਲੇ ਦੇ ਵਿੱਚ ਕੀਤੀ ਜਾਵੇ। ਤਾਂ ਉਹ ਵੀ ਤਿੰਨ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ। 16, 17 ਤੇ 18 ਅਪ੍ਰੈਲ ਨੂੰ ਨਵਜੋਤ ਸਿੰਘ ਸਿੱਧੂ ਘਰ ਤੋਂ ਬਾਹਰ ਨਿਕਲੇ ਨੇ। ਐਤਵਾਰ ਨੂੰ ਹਾਲਾਂਕਿ ਉਹ ਬਾਹਰ ਨਹੀਂ ਆਏ, ਜੋ ਸਾਡੇ ਕੋਲ ਖਬਰ ਹੈ। ਨਵਜੋਤ ਸਿੰਘ ਸਿੱਧੂ 3 ਦਿਨ ਬਾਹਰ ਨਿਕਲੇ, 16, 17, 18 ਅਪ੍ਰੈਲ ਨੂੰ, ਤੇ ਉਹਨਾਂ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਲੋਕਾਂ ਦੀ ਮਦਦ ਕੀਤੀ ਗਈ। ਕਦੇ ਉਹ ਸਫਾਈ ਮੁਲਾਜ਼ਮਾਂ ਦੇ ਵਿਚਾਲੇ ਪਹੁੰਚੇ, ਪੁਲਿਸ ਮੁਲਾਜ਼ਮਾਂ ਦੇ, ਆਮ ਲੋਕਾਂ ਦੇ, ਗਰੀਬ ਲੋਕਾਂ ਦੇ ਵਿਚਾਲੇ ਪਹੁੰਚੇ, ਰਾਸ਼ਨ ਵੰਡਿਆ ਗਿਆ, ਸੈਨੀਟਾਈਜ਼ਰ, ਮਾਸਕ, ਇਸ ਤਰੀਕੇ ਨਾਲ ਹੈਲਪ ਕੀਤੀ ਗਈ, ਲੋਕਾਂ ਦਾ ਹੌਸਲਾ ਵਧਾਇਆ ਗਿਆ। ਇੱਥੇ ਤੱਕ ਸਭ ਕੁਝ ਠੀਕ ਹੈ, ਵਧੀਆ ਲੱਗ ਰਿਹਾ ਕਿ ਉਹ ਲੋਕਾਂ ਦੀ ਹੈਲਪ ਕਰ ਰਹੇ ਨੇ, ਪਰ ਦੂਜੇ ਪਾਸੇ ਮਾਸਕ ਉਹਨਾਂ ਦੇ ਮੂੰਹ ਤੇ ਜ਼ਰੂਰੀ ਸੀ। ਜ਼ਰੂਰੀ ਇਸ ਕਰਕੇ ਸੀ ਕਿਉਂਕਿ ਰੂਲ ਹੈ, ਕਾਨੂੰਨ ਹੈ, ਪੰਜਾਬ ਸਰਕਾਰ ਨੇ ਹੁਕਮ ਜਾਰੀ ਕੀਤੇ ਨੇ। ਤਾਂ ਇਸ ਦਾ ਮਤਲਬ ਇਹ ਹੈ ਕਿ ਸਿੱਧੂ ਹੋਣ ਜਾਂ ਖੁਦ ਮੁੱਖ ਮੰਤਰੀ ਹੋਣ, ਬਾਹਰ ਨਿਕਲਣਗੇ ਤਾਂ ਮੂੰਹ ਤੇ ਮਾਸਕ ਚਾਹੀਦਾ ਹੈ। ਕੋਈ ਮਰਜ਼ੀ ਹੋਵੇ, ਕੋਈ ਵੱਡਾ ਅਧਿਕਾਰੀ ਹੋਵੇ, ਵਿਧਾਇਕ ਹੋਵੇ, ਮੰਤਰੀ ਹੋਵੇ, ਆਮ ਲੋਕ ਹੋਣ, ਕੋਈ ਪੁਲਿਸ ਅਫਸਰ ਹੋਵੇ, ਕੋਈ ਵੱਡਾ ਵਕੀਲ ਹੋਵੇ, ਜੱਜ ਸਾਹਿਬ ਹੋਣ, ਕੋਈ ਵੀ ਹੋਵੇ, ਮੂੰਹ ਤੇ ਮਾਸਕ ਜ਼ਰੂਰੀ ਹੈ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲੋ। ਪਰ ਨਵਜੋਤ ਸਿੰਘ ਸਿੱਧੂ ਦੇ ਲਈ ਸ਼ਾਇਦ ਉਹਨੂੰ ਲੱਗ ਰਿਹਾ ਕਿ ਨਹੀਂ, ਮੇਰੇ ਲਈ ਨਹੀਂ ਹੈ, ਤੇ ਉਹਨਾਂ ਦੇ ਵੱਲੋਂ ਸਫਾਈਆਂ ਵੀ ਦਿੱਤੀਆਂ ਗਈਆਂ। WHO ਦਾ ਹਵਾਲਾ ਦੇ ਦਿੱਤਾ ਗਿਆ ਕਿ WHO ਕਹਿ ਰਿਹਾ ਕਿ ਮਾਸਕ ਦੀ ਜ਼ਰੂਰਤ ਨਹੀਂ। ਹੋ ਸਕਦਾ ਸਰ ਮਾਸਕ ਦੀ ਜ਼ਰੂਰਤ ਨਾ ਹੋਵੇ, ਹਾਲਾਂਕਿ ਬਹੁਤ ਜ਼ਰੂਰਤ ਹੈ, ਪਰ ਜੇਕਰ ਕਾਨੂੰਨ ਬਣ ਗਿਆ, ਜੇਕਰ ਸਰਕਾਰ ਨੇ ਕਹਿ ਦਿੱਤਾ ਕਿ ਤੁਹਾਨੂੰ ਮਾਸਕ ਲਗਾਉਣਾ ਜ਼ਰੂਰੀ ਹੈ, ਤਾਂ ਫਿਰ ਤੁਸੀਂ ਉਲੰਘਣਾ ਕਰ ਕਿਉਂ ਰਹੇ ਹੋ? ਮਾਸਕ ਲਗਾਓ। ਪਰ ਹੁਣ ਲੱਗ ਰਿਹਾ ਕਿ ਸਿੱਧੂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ, ਕਿਉਂਕਿ ਇਹ ਸਾਫ਼ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਕਿ ਡੀਸੀ ਨੂੰ ਹੁਕਮ ਦਿੱਤੇ ਗਏ ਨੇ ਕਿ ਢੁਕਵੀਂ ਕਾਰਵਾਈ ਇਸ ਪੂਰੇ ਮਾਮਲੇ ਦੇ ਵਿੱਚ ਕੀਤੀ ਜਾਵੇ। ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਹੁਣ ਗੱਲ ਹੋਵੇਗੀ ਜੈਕਾਰੇ ਜੈ ਘੋਸ਼ ਦਿਵਸ ਦੀ। ਜੀ ਹਾਂ, ਜੋ ਪੰਜਾਬ ਕਾਂਗਰਸ ਨੇ ਐਲਾਨ ਕੀਤਾ, ਪੰਜਾਬ ਕਾਂਗਰਸ ਦੇ ਜੈਕਾਰਾ ਜੈ ਘੋਸ਼ ਦਿਵਸ ਤੇ ਹੁਣ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਨੇ, ਸਿਆਸਤ ਛੱਡ ਕੇ ਪ੍ਰੈਕਟੀਕਲ ਕੰਮ ਕਰਨ ਸਰਕਾਰ। ਇਹ ਅਮਨ ਅਰੋੜਾ ਵਿਧਾਇਕ ਨੇ, ਸੀਨੀਅਰ ਆਗੂ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਦੇ ਵੱਲੋਂ ਕਿਹਾ ਗਿਆ। ਉਹਨਾਂ ਨੇ ਕਿਹਾ ਕਿ ਵੈਂਟੀਲੇਟਰ, PPE ਕਿੱਟਾਂ ਦੇ ਵੱਲ ਧਿਆਨ ਦੇਵੇ ਸਰਕਾਰ, ਕਿਸਾਨਾਂ ਤੇ ਸਨਅਤਕਾਰਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੇ ਸਰਕਾਰ। ਤੁਹਾਨੂੰ ਦੱਸ ਦਈਏ ਕਿ ਪੰਜਾਬ ਕਾਂਗਰਸ ਨੇ ਕੱਲ 6 ਵਜੇ ਯਾਨੀ ਕਿ ਸੋਮਵਾਰ ਸ਼ਾਮ 6 ਵਜੇ ਜੈਕਾਰੇ ਲਗਾਉਣ ਦੀ ਅਪੀਲ ਕੀਤੀ ਹੈ ਕਿ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਰਹੋ, ਜੈਕਾਰੇ ਲਗਾਓ। ਤੁਸੀਂ ਜਿਸ ਵੀ ਧਰਮ ਦੇ ਨਾਲ ਸੰਬੰਧਿਤ ਹੋ, ਪੰਜਾਬ ਕਾਂਗਰਸ ਦੇ ਵੱਲੋਂ ਕਿਹਾ ਗਿਆ। ਸੁਨੀਲ ਜਾਖੜ ਜ਼ਿਕਰ ਕਰਦੇ ਨਜ਼ਰ ਆਏ ਸੀ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ, ਤੁਸੀਂ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋ ਤਾਂ ਆਪਣੇ ਧਰਮ ਦੇ ਮੁਤਾਬਕ ਤੁਸੀਂ ਜੈਕਾਰਾ ਲਗਾ ਸਕਦੇ ਹੋ, ਜੋ ਵੀ ਤੁਹਾਡੇ ਦਿਲ ਦੇ ਵਿੱਚ ਆਉਂਦਾ ਹੈ, ਰੱਬ ਦਾ ਨਾਮ ਲੈਣਾ ਹੈ। ਤੇ ਇਹ ਜੈਕਾਰੇ ਘੋਸ਼ ਜੈ ਦਿਵਸ ਦਾ ਜ਼ਿਕਰ ਇਸ ਦਾ ਕੀਤਾ ਗਿਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜ਼ਿਕਰ ਕਰ ਚੁੱਕੇ ਨੇ, ਤਾਲੀਆਂ ਵਜਾ ਕੇ ਉਹ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਕਿਹਾ ਸੀ ਜਿਹੜੇ ਇਸ ਸਮੇਂ ਐਮਰਜੈਂਸੀ ਸੇਵਾਵਾਂ 'ਚ ਲੱਗੇ ਹੋਏ ਨੇ। ਉਸ ਤੋਂ ਬਾਅਦ ਮੋਮਬੱਤੀਆਂ ਜਗਾਉਣ ਦਾ ਜ਼ਿਕਰ ਕੀਤਾ ਗਿਆ ਸੀ ਪ੍ਰਧਾਨ ਮੰਤਰੀ ਦੇ ਵੱਲੋਂ। ਉਸੇ ਲਾਈਨ ਦੇ ਉੱਤੇ ਪੰਜਾਬ ਕਾਂਗਰਸ ਤੁਰਦੀ ਹੋਈ ਨਜ਼ਰ ਆਈ ਹੈ, ਪਰ ਇਸ ਸਭ ਦੇ ਵਿਚਾਲੇ ਸਿਆਸਤ ਹੋ ਰਹੀ ਹੈ। ਅਮਨ ਅਰੋੜਾ ਕਹਿ ਰਹੇ ਨੇ ਸਰਕਾਰ ਨੂੰ ਕਿ ਤੁਸੀਂ ਇਸ ਵੱਲ ਧਿਆਨ ਦਿਵੋ, ਪ੍ਰੈਕਟੀਕਲ ਕੀ ਇਸ ਸਮੇਂ ਜ਼ਰੂਰਤ ਹੈ। ਜੈਕਾਰੇ ਤੁਸੀਂ ਲਗਵਾ ਰਹੇ ਹੋ, ਅਮਨ ਅਰੋੜਾ ਕਹਿ ਰਹੇ ਨੇ ਠੀਕ ਹੈ, ਪਰ ਵੈਂਟੀਲੇਟਰਸ ਦੇ ਉੱਤੇ, ਸਹੂਲਤਾਂ ਦੇ ਉੱਤੇ, ਮੰਡੀਆਂ ਦੇ ਵਿੱਚ ਜਿਹੜੇ ਇੰਤਜ਼ਾਮ ਨੇ ਉਹਨਾਂ ਦੇ ਉੱਤੇ, ਸਨਅਤਕਾਰਾਂ ਦੀਆਂ ਮੁਸ਼ਕਲਾਂ ਦੇ ਉੱਤੇ ਸਰਕਾਰ ਜ਼ਿਆਦਾ ਧਿਆਨ ਦੇਵੇ ਤਾਂ ਉਹ ਜ਼ਿਆਦਾ ਜ਼ਰੂਰੀ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਜੀ ਔਰ ਜਾਖੜ ਸਾਹਿਬ ਇਹ ਦੱਸਦੇ ਕਿ ਪੰਜਾਬ ਦੇ ਜਿਹੜੇ ਅੱਜ ਫਰੰਟ ਲਾਈਨ ਯੋਧੇ ਨੇ, ਡਾਕਟਰਸ, ਪੈਰਾਮੈਡੀਕਲ ਸਟਾਫ, ਨਰਸਿਸ, ਵਾਰਡ ਬॉयਜ਼, ਉਹਨਾਂ ਦੇ ਲਈ ਜਿਹੜਾ ਇਕਵਿਪਮੈਂਟ, ਸੇਫਟੀ ਇਕਵਿਪਮੈਂਟ ਹੈ, ਉਹ ਚਾਹੇ PPE ਕਿਟਸ ਨੇ, ਗਲਵਜ਼ ਨੇ, ਉਹ ਕਿੰਨੇ ਪਹੁੰਚ ਚੁੱਕੇ ਪੰਜਾਬ ਦੇ ਵਿੱਚ, ਕਿੰਨੇ ਨਵੇਂ ਵੈਂਟੀਲੇਟਰਸ ਔਰ ਹਸਪੀਟਲ ਨੇ ਜਿਹੜੇ ਉਹ ਤਿਆਰ ਹੋ ਚੁੱਕੇ, ਜਿਹੜੀ ਪਿਛਲੇ 1 ਮਹੀਨੇ ਤੋਂ ਰਾਸ਼ਨ ਦੇ ਨਾਂ ਦੇ ਉੱਪਰ ਕਾਣੀ ਵੰਡ ਕੀਤੀ ਜਾ ਰਹੀ ਹੈ, ਉਹਦਾ ਕੀ ਹੱਲ ਹੋਇਆ, ਜਿਹੜਾ ਮੱਧ ਵਰਗੀ ਨੇ, ਚਾਹੇ ਮੁਲਾਜ਼ਮ ਨੇ, ਉਹਨਾਂ ਦੇ ਲਈ, ਇੰਡਸਟਰੀ ਦੇ ਲਈ, ਵਪਾਰੀਆਂ ਦੇ ਲਈ ਕੀ ਨਵਾਂ ਪੈਕੇਜ ਹੈ ਜਿਹੜਾ ਉਹ ਪੰਜਾਬ ਸਰਕਾਰ ਲੈ ਕੇ ਆ ਰਹੀ ਹੈ। ਤਾਂ ਜ਼ਰੂਰ ਸਿਆਸਤ ਹੁੰਦੀ ਹੋਈ ਨਜ਼ਰ ਆ ਰਹੀ ਹੈ, ਪਰ ਤੁਹਾਨੂੰ ਦੱਸ ਦਈਏ ਕਿ ਸੋਮਵਾਰ ਸ਼ਾਮ 6 ਵਜੇ ਦਾ ਸਮਾਂ ਦਿੱਤਾ ਗਿਆ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਇਹ ਜੈਕਾਰਾ ਦਿਵਸ ਮਨਾਓ। ਅੱਗੇ ਵੱਧਦੇ ਹਾਂ ਤੇ ਹੁਣ ਗੱਲ ਹੋਵੇਗੀ ਭਗਵੰਤ ਮਾਨ ਦੀ। ਆਮ ਆਦਮੀ ਪਾਰਟੀ ਦੇ MP ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ ਕਿ ਕਣਕ ਦੇ ਵਿੱਚ ਨਮੀ ਦੀ ਮਾਤਰਾ 12 ਤੋਂ ਵਧਾ ਕੇ 14% ਕੀਤੀ ਜਾਵੇ। 22 ਮਈ ਤੱਕ ਕਣਕ ਵੇਚਣ ਵਾਲੇ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਵੀ ਦਿੱਤਾ ਜਾਵੇ। 22 ਤੋਂ ਬਾਅਦ ਕਣਕ ਵੇਚਣ ਵਾਲਿਆਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ। ਤੇ ਦਿੱਲੀ ਦੇ CM ਕੇਜਰੀਵਾਲ ਦੇ ਨਾਲ ਵੀ ਉਹਨਾਂ ਨੇ ਕਿਹਾ ਕਿ ਇਸ ਬਾਰੇ ਉਹ ਗੱਲ ਕਰਨਗੇ। ਕਿਸਾਨਾਂ ਦੇ ਲਈ ਇਹ ਚਿੱਠੀ ਲਿਖੀ ਗਈ ਹੈ ਭਗਵੰਤ ਮਾਨ ਦੇ ਵੱਲੋਂ ਪ੍ਰਧਾਨ ਮੰਤਰੀ ਨੂੰ।
ਤੇ ਦੋ ਜ਼ਿਕਰ ਕੀਤੇ ਗਏ ਨੇ ਕਿ ਨਵੀਂ 12 ਤੋਂ ਵਧਾ ਕੇ 14% ਕੀਤੀ ਜਾਵੇ, ਕਿਉਂਕਿ ਜੋ ਮੰਡੀਆਂ ਤੋਂ ਸਾਡੇ ਕੋਲ ਵੀ ਖਬਰ ਪਹੁੰਚ ਰਹੀ ਹੈ ਕਿ ਜਿਨ੍ਹਾਂ ਦੀ 12% ਤੋਂ ਜ਼ਿਆਦਾ ਨਮੀ ਹੈ ਕਣਕ ਦੇ ਵਿੱਚ, ਤਾਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾ ਰਿਹਾ ਕਿ ਤੁਸੀਂ ਆਓ ਉਸ ਸਮੇਂ ਜਦੋਂ ਤੁਹਾਡੀ ਕਣਕ ਦੀ ਨਮੀ 12% ਜਾਂ ਉਸ ਤੋਂ ਘੱਟ ਹੋਏਗੀ। ਭਗਵੰਤ ਮਾਨ ਕਹਿ ਰਹੇ ਨੇ ਕਿ ਨਮੀ ਦੀ ਮਾਤਰਾ ਨੂੰ ਵਧਾ ਕੇ ਹੁਣ 14% ਕੀਤਾ ਜਾਣਾ ਚਾਹੀਦਾ ਹੈ। ਜੋ ਬਾਰਿਸ਼ ਹੋਈ ਜਾਂ ਜੋ ਇਸ ਸਮੇਂ ਹਾਲਾਤ ਨੇ, ਤੇ ਜੋ 22 ਮਈ ਤੱਕ ਆਪਣੀ ਕਣਕ ਲੈ ਕੇ ਆ ਰਹੇ ਨੇ ਉਹਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਦਵੋ ਤੁਸੀਂ ਬੋਨਸ, ਤੇ 200 ਰੁਪਏ ਪ੍ਰਤੀ ਕੁਇੰਟਲ ਉਸ ਤੋਂ ਬਾਅਦ ਵਾਲੇ ਲੋਕਾਂ ਨੂੰ 1925 ਰੁਪਏ ਇਸ ਵਾਰ MSP ਤੈਅ ਕੀਤਾ ਗਿਆ ਜੋ ਕਿਸਾਨਾਂ ਨੂੰ ਮਿਲ ਰਿਹਾ ਹੈ, ਤੇ 100 ਰੁਪਏ ਬੋਨਸ ਦੀ ਮੰਗ ਵੀ ਕੀਤੀ ਜਾ ਰਹੀ ਹੈ ਭਗਵੰਤ ਮਾਨ ਦੇ ਵੱਲੋਂ। ਦਿੱਲੀ ਸਰਕਾਰ ਜਿਹੜੀ ਹੈ ਉਹ ਸਵਾਮੀਨਾਥਨ ਤੇ MSP ਦੇ ਵਿੱਚ ਜਿਹੜਾ ਗੈਪ ਹੈ ਉਹ ਜਿਹੜਾ ਬੋਨਸ ਦਿੰਦੇ ਨੇ, ਯਾਨੀ ਕਿ ਆਪ ਤਾਂ ਸਵਾਮੀਨਾਥਨ ਲਾਗੂ ਨਹੀਂ ਕਰ ਸਕਦੇ ਪਰ ਉਹਦੇ ਬਰਾਬਰ ਦਾ ਅਸੀਂ ਬੋਨਸ ਤਾਂ ਦੇ ਸਕਦੇ ਹਾਂ। ਸੋ ਜਿਸ ਤਰ੍ਹਾਂ 2616 ਰੁਪਏ ਵਿਕ ਰਹੀ ਹੈ ਹੁਣ ਉੱਥੇ ਕਣਕ ਜਿਹੜੀ ਹੈ, ਇੱਥੇ 1840 ਰੁਪਏ ਜਿਹੜਾ ਵਿਚਲਾ ਗੈਪ ਹੈ MSP ਦਾ ਤੇ ਸਵਾਮੀਨਾਥਨ ਦੀਆਂ ਰਿਪੋਰਟਾਂ ਦੇ ਸ਼ਰਤ ਜਿਹੜੀਆਂ ਲਾਗੂ ਜੇ ਹੋ ਜਾਂਦੀਆਂ ਉਹਦੇ ਗਾਈਡਲਾਈਨ ਮੁਤਾਬਕ, ਤਾਂ ਉਹ ਅਸੀਂ ਜੇ ਉਹ ਦੇ ਸਕਦੇ ਹਾਂ ਤਾਂ ਵੀ ਤੁਹਾਡਾ ਜਿਹੜਾ ਲਾਗੂ ਕਰ ਸਕਦੇ ਸੀ ਕਿ ਜਿਹੜਾ ਮੋਇਸਚਰ ਹੈ ਉਹਨੂੰ 12 ਤੋਂ ਵਧਾ ਕੇ 14 ਜਾਂ 13.5 ਤੱਕ ਕਰਕੇ ਸਾਡਾ ਤਾਂ ਮੈਂ ਤਾਂ ਇਹ ਵੀ ਕਿਹਾ ਕਿ ਸਾਡੀ 30% ਦੀ ਬਜਾਏ 50% ਤਨਖਾਹ ਕੱਟ ਲਓ, ਪਰ ਘੱਟੋ ਘੱਟ ਸਾਡਾ MP ਲੈਟ ਜਿਹੜਾ ਉਹ ਤਾਂ ਸੰਗਰੂਰ ਤੇ ਬਰਨਾਲੇ ਦੇ ਲੋਕਾਂ ਦਾ ਪੈਸਾ ਹੈ, ਉਹ ਡਿਵੈਲਪਮੈਂਟ ਦਾ ਪੈਸਾ ਹੈ। ਤੁਸੀਂ ਸਾਡੇ ਤੇ ਗਾਈਡਲਾਈਨ ਦੇ ਦਿਓ, ਸਾਨੂੰ ਸ਼ਰਤਾਂ ਲਾ ਦਿਓ ਕਿ ਇਹ ਪੈਸਾ 2 ਸਾਲ ਲਈ ਸਿਰਫ ਤੇ ਸਿਰਫ ਕਰੋਨਾ ਨਾਲ ਰਿਲੇਟਡ PPE, ਵੈਂਟੀਲੇਟਰ, ਆਕਸੀਜਨ ਸਿਲੰਡਰ ਜਾਂ N95 ਮਾਸਕ ਖਰੀਦਣ ਲਈ ਹੀ ਵਰਤਿਆ ਜਾਵੇਗਾ। ਅਸੀਂ ਲੋਕਲ ਵਰਤ ਲਾਂਗੇ ਇੱਥੇ। ਹੁਣ ਸਾਨੂੰ ਫੇਰ ਭਿਖਾਰੀ ਬਣਾਤਾ, ਉੱਥੇ ਜਾਇਆ ਕਰਾਂਗੇ ਵੀ ਆਹ ਦਿਓ ਜੀ, ਫਿਰ ਉਹ ਉੱਥੋਂ ਬੰਦੇ ਭੇਜਿਆ ਕਰਨਗੇ, ਫਿਰ ਸਰਵੇ ਹੋਇਆ ਕਰੂ, ਰਿਵਿਊ ਹੋਇਆ ਕਰੂ, ਪਤਾ ਨਹੀਂ ਕਿੰਨਾ ਕੁ ਲੰਬਾ ਪ੍ਰੋਸੈਸ ਚੱਲੂਗਾ। ਜੇ ਇੱਥੇ ਹੁੰਦੇ ਤਾਂ ਮੈਂ ਇਮੀਡੀਏਟਲੀ ਚੈੱਕ ਕੱਟ ਕੇ ਮੈਂ ਜਿਹੜਾ ਉਹ ਦੇ ਸਕਦਾ ਸੀਗਾ ਕਿਸੇ ਵੀ ਹਸਪੀਟਲ ਨੂੰ, ਜਾਂ ਕਿਤੇ ਵੈਂਟੀਲੇਟਰ ਚਾਹੀਦਾ ਜਾਂ ਕੁਝ ਹੋਰ। ਤਾਂ ਲੋਕਡਾਊਨ ਇਸ ਸਮੇਂ ਹੈ, ਕਰਫਿਊ ਇਸ ਸਮੇਂ ਸਭ ਦੇ ਵਿਚਾਲੇ ਕਣਕ ਲੈ ਕੇ ਪਹੁੰਚ ਰਹੇ ਨੇ ਮੰਡੀ ਦੇ ਵਿੱਚ ਕਿਸਾਨ ਆਪਣੀ, ਤੇ ਭਗਵੰਤ ਮਾਨ ਮੰਗ ਕਰ ਰਹੇ ਨੇ ਕਿ ਨਮੀ ਦੀ ਮਾਤਰਾ ਦੇ ਵਿੱਚ ਵੀ ਥੋੜੀ ਰਾਹਤ ਦਿੱਤੀ ਜਾਵੇ, ਤੇ ਦੂਜੇ ਪਾਸੇ ਬੋਨਸ ਦੀ ਵੀ ਮੰਗ ਹੋ ਰਹੀ ਹੈ। ਪ੍ਰਧਾਨ ਮੰਤਰੀ ਨੂੰ ਚਿੱਠੀ ਉਹਨਾਂ ਦੇ ਵੱਲੋਂ ਲਿਖੀ ਗਈ ਹੈ। ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਫੌਰਨ ਹਾਜ਼ਰ ਹੋਵਾਂਗੇ। ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਸੇ ਤਰ੍ਹਾਂ ਦੀ ਰਾਏ ਦੇਣ ਤੋਂ ਸਾਫ਼ ਮਨਾ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਜੇ ਹਾਲਾਤ ਕਾਬੂ 'ਚ ਨਹੀਂ ਹੈ, ਇਸੇ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਜੋ ਹੈ ਕਰਫਿਊ ਜਾਂ ਲਾਕਡਾਊਨ ਦੇ ਵਿੱਚ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਕੁਝ ਗਾਈਡਲਾਈਨ ਜਾਰੀ ਜ਼ਰੂਰ ਹੋਈਆਂ ਸਨ, ਪਰ ਸ਼ਾਮ ਪੈਂਦੇ ਮੁੱਖ ਮੰਤਰੀ ਨੇ ਕਰਫਿਊ ਜਾਂ ਲਾਕਡਾਊਨ 'ਚ ਢਿੱਲ ਦੇਣ ਤੋਂ ਸਾਫ਼ ਮਨਾ ਕਰ ਦਿੱਤਾ ਹੈ। ਬਹਰਹਾਲ ਕੇਂਦਰ ਨੇ ਜੋ ਕੁਝ ਗਾਈਡਲਾਈਨ ਜਾਰੀ ਕੀਤੀਆਂ ਨੇ ਉਸ ਬਾਰੇ ਗੱਲ ਕਰਦੇ ਹਾਂ, ਪਰ ਇਹ ਸਾਫ਼ ਕਰ ਦਈਏ ਕਿ ਪੰਜਾਬ ਸਰਕਾਰ ਨੇ ਕਰਫਿਊ 'ਚ ਢਿੱਲ ਦੇਣ ਤੋਂ ਮਨਾ ਕਰ ਦਿੱਤਾ ਹੈ। ਸੋ ਪੇਸ਼ ਅੱਜ ਦਾ ਸਾਡਾ ਖਾਸ ਪ੍ਰੋਗਰਾਮ 20 ਨੂੰ ਕੀ, ਔਰ ਇਹ ਵੀ ਦੱਸ ਦਈਏ ਕਿ ਇਹ ਪ੍ਰੋਗਰਾਮ ਪੰਜਾਬ ਨੂੰ ਛੱਡ ਕੇ, ਪੰਜਾਬ ਦੇ ਵਿੱਚ ਜੋ ਦਿੱਤੀਆਂ ਜਾ ਰਹੀਆਂ ਸਹੂਲਤਾਂ ਸੀਗੀਆਂ ਉਸ ਨੂੰ ਛੱਡ ਕੇ ਹੈ, ਕਿਉਂਕਿ ਪੰਜਾਬ ਸਰਕਾਰ ਨੇ ਸਾਫ਼ ਤੌਰ ਤੇ ਮਨਾ ਕਰ ਦਿੱਤਾ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਢਿੱਲ ਕਰਫਿਊ ਦੇ ਦੌਰਾਨ ਨਹੀਂ ਦਿੱਤੀ ਜਾਵੇਗੀ। ਬਹਰਹਾਲ ਜਿਸ ਤਰ੍ਹਾਂ ਦੇ ਨਾਲ ਦਿੱਲੀ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਫੈਸਲਾ ਕੀਤਾ ਹੈ ਕਿ ਕਿਉਂਕਿ ਅਜੇ ਸਥਿਤੀਆਂ ਜੋ ਹੈ ਉਹ ਨਾਜ਼ੁਕ ਨੇ, ਸਥਿਤੀਆਂ ਹਲੇ ਕੰਟਰੋਲ ਦੇ ਵਿੱਚ ਨਹੀਂ ਆਈਆਂ ਨੇ, ਇਸ ਕਰਕੇ ਸੋ ਕੁੱਲ ਮਿਲਾ ਜੁਲਾ ਕੇ ਅਜੇ ਪੰਜਾਬ ਦੇ ਵਿੱਚ ਵੀ ਸਥਿਤੀ ਸਾਫ਼ ਨਹੀਂ ਹੈ, ਜਿਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਰਫਿਊ ਦੇ ਵਿੱਚ ਢਿੱਲ ਦੇਣ ਤੋਂ ਮਨਾ ਕਰ ਦਿੱਤਾ ਹੈ। ਸੋ ਜੋ ਕੇਂਦਰ ਸਰਕਾਰ ਨੇ ਗਾਈਡਲਾਈਨਸ ਜਾਰੀ ਕੀਤੀਆਂ ਨੇ ਉਹ ਗਾਈਡਲਾਈਨਸ ਬਾਕੀ ਕਈ ਸੂਬਿਆਂ ਦੇ ਵਿੱਚ ਨੇ, ਜਿਨ੍ਹਾਂ ਸੂਬਿਆਂ ਦੇ ਵਿੱਚ ਖਾਸ ਤੌਰ ਤੇ ਉੱਥੇ ਦੇ ਮੁੱਖ ਮੰਤਰੀ, ਉੱਥੇ ਦੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰ ਨੇ ਕਿਸੇ ਤਰ੍ਹਾਂ ਦੀ ਰਾਏ ਦਿੱਤੀ ਜਾਂ ਨਹੀਂ ਦਿੱਤੀ ਨੂੰ ਲੈ ਕੇ ਹੈ, ਕਿਉਂਕਿ ਇਹ ਗਾਈਡਲਾਈਨਸ ਕੇਂਦਰ ਸਰਕਾਰ ਦੀਆਂ ਨੇ। ਸੋ ਅੱਜ ਦਾ ਪ੍ਰੋਗਰਾਮ ਸਾਡਾ ਕੇਂਦਰ ਸਰਕਾਰ ਦੀ ਗਾਈਡਲਾਈਨਸ ਨੂੰ ਲੈ ਕੇ ਹੈ, ਬਾਕੀ ਸੂਬਿਆਂ ਨੂੰ ਲੈ ਕੇ, ਪੰਜਾਬ ਨੂੰ ਲੈ ਕੇ ਬਿਲਕੁਲ ਨਹੀਂ। ਸੋ 20 ਨੂੰ ਕੀ, ਸੋ ਸਾਡਾ ਖਾਸ ਪ੍ਰੋਗਰਾਮ ਤੁਹਾਡੇ ਸਾਹਮਣੇ। राजस्थान और यूपी सरकार का टांका भिड़ गया। अजिहा नहीं कि हॉर्स ट्रेडिंग हो गई, सत्ता बदल गई या बदल दी गई। दरअसल कोटा च फसे विद्यार्थियों को वापस लियाउण लई यूपी सरकार ने शुक्रवार 102 बसां झांसी और 150 बसां आगरा तो कोटा के वल रवाना कीतियां। मजदूरां नूं लैण दे लई नहीं, इन्हां विद्यार्थियों नूं लैण दे लई। हालांकि ਇਹ ਨਾ ਤਾਂ ਗਰੀਬ ਨੇ, ਨਾ ਮਜ਼ਦੂਰ ਨੇ, ਨਾ ਬੇਸਹਾਰਾ ਨੇ ਅਤੇ ਨਾ ਲਾਚਾਰ ਨੇ। ਦਰਅਸਲ ਇਹਨਾਂ ਨੂੰ ਆਪਣੇ ਘਰ ਦੀਆਂ ਯਾਦਾਂ ਸਤਾ ਰਹੀਆਂ ਸਨ।
ਸੋ ਇਹ ਬੱਸਾਂ ਗਈਆਂ ਅਮੀਰਾਂ ਦੇ ਬੱਚਿਆਂ ਨੂੰ ਲੈਣ ਦੇ ਲਈ ਅਤੇ ਰਾਤੋਂ ਰਾਤ ਵਿਦਿਆਰਥੀ ਆਪਣੇ ਘਰ ਦੇ ਲਈ ਰਵਾਨਾ ਵੀ ਹੋ ਗਏ। ਤੇ ਦੂਜੇ ਪਾਸੇ ਮਜ਼ਦੂਰ ਬੇਸਹਾਰਾ ਲਾਚਾਰ ਗਰੀਬ ਭੁੱਖੇ ਥਿਆਏ ਪੁਲਿਸ ਦੇ ਡੰਡਿਆਂ ਦੀ ਮਾਰ ਝੇਲਦੇ ਨੇ। ਤੇ ਜੋ ਸਬਕਾ ਸਾਥ ਤੇ ਸਬਕਾ ਵਿਕਾਸ ਤੇ ਪਤਾ ਨਹੀਂ ਹੋਰ ਕੀ ਕਹਿਣ ਵਾਲਿਆਂ ਨੂੰ ਦਿਖਾਈ ਨਹੀਂ ਦਿੰਦਾ। ਖੈਰ, ਅੱਜ ਦਾ ਪ੍ਰੋਗਰਾਮ ਨਾ ਤਾਂ ਪੁਲਿਸ ਦੇ ਡੰਡਿਆਂ ਦਾ ਹੈ ਅਤੇ ਨਾ ਹੀ ਗਰੀਬ ਅਮੀਰ ਦਾ। ਅੱਜ ਦਾ ਪ੍ਰੋਗਰਾਮ ਹੈ 20 ਅਪ੍ਰੈਲ ਨੂੰ ਕੀ ਹੋਵੇਗਾ, ਯਾਨੀ ਕਿ ਕੀ ਖੁੱਲੇਗਾ, ਕੀ ਬੰਦ, A to Z, B ਨੂੰ ਕੀ। देश भर में लॉकडाउन का फेज 2 शुरू हो चुका है ਅਤੇ ਫੇਜ਼ 3 ਮਈ ਤੱਕ ਚੱਲੇਗਾ। ਇਸ ਦੌਰਾਨ ਸਰਕਾਰ ਨੇ ਲੌਕਡਾਊਨ ਦੇ ਇਸ ਫੇਜ਼ 2 ਦੇ ਲਈ ਨਵੇਂ ਦਿਸ਼ਾ ਨਿਰਦੇਸ਼ ਜਾਂ ਕਹੀਏ ਗਾਈਡਲਾਈਨਸ ਜਾਰੀ ਕੀਤੀਆਂ ਨੇ, ਜਿਸ ਦੇ ਤਹਿਤ ਵਿਸਥਾਰ ਨਾਲ ਇਹ ਦੱਸਿਆ ਗਿਆ ਹੈ ਕਿ ਤੁਸੀਂ ਇਸ ਲੌਕਡਾਊਨ ਦੇ ਦੌਰਾਨ ਕੀ ਕਰ ਸਕਦੇ ਹੋ ਅਤੇ ਕੀ ਨਹੀਂ ਕਰ ਸਕਦੇ। ਭਾਵ ਕਿਹੜੀਆਂ ਚੀਜ਼ਾਂ ਜਾਂ ਸੇਵਾਵਾਂ ਨੂੰ ਛੋਟ ਹੋਵੇਗੀ ਅਤੇ ਕਿਹਨਾਂ ਤੇ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਸਪਸ਼ਟ ਕਰ ਦਿੱਤਾ ਗਿਆ ਕਿ ਪਾਬੰਦੀਆਂ ਲਾਕਡਾਊਨ ਦੇ ਸ਼ੁਰੂ ਹੋਣ ਦੇ ਨਾਲ ਹੀ ਸ਼ੁਰੂ ਹੋ ਗਈਆਂ ਸਨ ਅਤੇ ਅੱਗੇ ਵੀ ਲਾਗੂ ਰਹਿਣਗੀਆਂ, ਪਰ ਸੋਮਵਾਰ ਤੋਂ ਕੁਝ ਸੇਵਾਵਾਂ ਵਿੱਚ ਛੋਟ ਦਿੱਤੀ ਜਾ ਸਕਦੀ ਹੈ, ਭਾਵ 20 ਅਪ੍ਰੈਲ ਤੋਂ, ਪਰ ਬੇਹੱਦ ਸਖਤ ਸ਼ਰਤਾਂ ਦੇ ਨਾਲ। ਜੇ ਨਿਯਮ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਸਾਰੀਆਂ ਛੋਟਾਂ ਨੂੰ ਹਟਾ ਵੀ ਦਿੱਤਾ ਜਾ ਸਕਦਾ ਹੈ। ਇਸ ਖਾਸ ਰਿਪੋਰਟ 'ਚ ਤੁਹਾਨੂੰ ਦੱਸਾਂਗੇ ਕਿ ਕਿੱਥੇ ਅਤੇ ਕਿਹੜੀ ਛੋਟ ਦਿੱਤੀ ਜਾ ਰਹੀ ਹੈ ਅਤੇ ਕਿੱਥੇ ਅਤੇ ਕਿਸ ਚੀਜ਼ ਤੇ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਜਾਰੀ ਰਹੇਗੀ। ਸੋ ਪੇਸ਼ ਹੈ ਰਿਪੋਰਟ B ਨੂੰ ਕੀ। ਸਰਕਾਰ ਨੇ ਇਸ ਸੰਬੰਧ ਵਿੱਚ ਇੱਕ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਦੇਸ਼ ਭਰ ਵਿੱਚ ਤਾਲਾਬੰਦੀ ਦੇ ਦੌਰਾਨ 20 ਅਪ੍ਰੈਲ ਤੋਂ ਸੇਵਾਵਾਂ ਜਾਂ ਆਰਥਿਕ गतिविधियां शुरू होंगी। जो क्षेत्र इस अग्नि परीक्षा में सफल होंगे, जो अपने यहां हॉटस्पॉट नहीं बढ़ने देंगे और जिनके हॉटस्पॉट में बदलने की आशंका भी कम होगी, वहां पर 20 अप्रैल से कुछ जरूरी गतिविधियों की अनुमति छूटछाट दी जा सकती है। लॉकडाउन के नियम अगर टूटते हैं और कोरोना का पैर हमारे इलाके में पड़ता है तो सारी अनुमति तुरंत वापस ले ली जाएगी और इसलिए न खुद कोई लापरवाही करनी है और न ही किसी और को लापरवाही करने देना है। ਤੁਹਾਨੂੰ ਦੱਸਦੇ ਹਾਂ ਕਿ ਸਾਡੀਆਂ ਰੋਜ਼ ਦੀਆਂ ਜ਼ਰੂਰਤਾਂ ਦੇ ਨਾਲ ਸੰਬੰਧਿਤ ਕਿਹੜੀਆਂ ਸੇਵਾਵਾਂ ਅਤੇ ਦੁਕਾਨਾਂ 20 ਅਪ੍ਰੈਲ ਤੋਂ ਸ਼ੁਰੂ ਹੋ ਜਾਣਗੀਆਂ। ਇਹ ਛੋਟ ਉਹਨਾਂ ਖੇਤਰਾਂ ਵਿੱਚ ਲਾਗੂ ਨਹੀਂ ਹੋਵੇਗੀ ਜੋ ਹੌਟਸਪੌਟ ਹਨ, ਯਾਨੀ ਕਿ ਕੋਰੋਨਾ ਵਾਇਰਸ ਦੇ ਵਧੇਰੇ ਮਾਮਲਿਆਂ ਦੇ ਕਾਰਨ ਸੀਲ ਕਰ ਦਿੱਤੇ ਗਏ ਨੇ। ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵੀ ਇਸ ਸੰਬੰਧ ਵਿੱਚ ਇੱਕ ਟਵੀਟ ਕੀਤਾ ਹੈ। ਚਲੋ ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਸਹੂਲਤਾਂ ਤੁਹਾਨੂੰ ਮਿਲਣ ਜਾ ਰਹੀਆਂ ਨੇ। ਕਰਿਆਨਾ ਅਤੇ ਰਾਸ਼ਨ ਦੀਆਂ ਦੁਕਾਨਾਂ ਖੁੱਲੀਆਂ ਹੋਣਗੀਆਂ। ਫਲ ਸਬਜ਼ੀਆਂ ਦੀਆਂ ਦੁਕਾਨਾਂ ਜਾਂ ਰੇਹੜੀਆਂ, ਸਾਫ਼ ਸਫਾਈ ਦੀਆਂ ਚੀਜ਼ਾਂ ਵੇਚਣ ਵਾਲਿਆਂ ਦੀਆਂ ਦੁਕਾਨਾਂ ਖੁੱਲੀਆਂ ਹੋਣਗੀਆਂ। ਡੇਅਰੀ ਅਤੇ ਦੁੱਧ ਦੇ ਬੂਥ ਵੀ ਖੁੱਲੇ ਰਹਿਣਗੇ। ਪੋਲਟਰੀ, ਮੀਟ, ਮੱਛੀ ਅਤੇ ਫੀਡ ਜਾਂ ਚਾਰਾ ਵੇਚਣ ਵਾਲੀਆਂ ਦੁਕਾਨਾਂ ਖੁੱਲੀਆਂ ਹੋਣਗੀਆਂ। ਇਲੈਕਟ੍ਰੀਸ਼ੀਅਨ, IT ਰਿਪੇਅਰ ਜਿਵੇਂ ਤੁਹਾਡੇ ਕੰਪਿਊਟਰ ਜਾਂ ਮੋਬਾਈਲ ਰਿਪੇਅਰ ਦੀਆਂ ਦੁਕਾਨਾਂ ਖੁੱਲੀਆਂ ਹੋਣਗੀਆਂ। ਪਲੰਬਰ, ਮੋਟਰ ਮਕੈਨਿਕ, ਕਾਰਪੈਂਟਰ, DTH ਅਤੇ ਕੇਬਲ ਸੇਵਾਵਾਂ ਵੀ ਤੁਹਾਨੂੰ ਮਿਲਦੀਆਂ ਰਹਿਣਗੀਆਂ। ਇਸ ਦੇ ਨਾਲ ਹੀ ਈ-ਕਮਰਸ ਕੰਪਨੀਆਂ ਵੀ ਆਪਣਾ ਕੰਮ ਸ਼ੁਰੂ ਕਰ ਸਕਦੀਆਂ ਨੇ, ਪਰ ਡਿਲੀਵਰੀ ਦੇ ਲਈ ਵਰਤੇ ਜਾਣ ਵਾਲੇ ਵਾਹਨਾਂ ਦੇ ਲਈ ਵਿਸ਼ੇਸ਼ ਮਨਜ਼ੂਰੀ ਲੈਣੀ ਪਵੇਗੀ। ਸਾਰੀਆਂ ਜ਼ਰੂਰੀ ਸੇਵਾਵਾਂ ਨੂੰ ਘਰ ਘਰ ਪਹੁੰਚਾਉਣ ਦਾ ਪ੍ਰਬੰਧ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ। ਇਹ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਹੈ। ਅਜਿਹਾ ਹੋਣ ਤੇ ਜ਼ਿਆਦਾ ਲੋਕ ਘਰੋਂ ਬਾਹਰ ਨਹੀਂ ਨਿਕਲ ਸਕਣਗੇ। ਦੁਕਾਨਾਂ ਤੇ ਸਮਾਜਿਕ ਦੂਰੀ ਜਾਂ ਕਹਿ ਲਈਏ ਸੋਸ਼ਲ ਡਿਸਟੈਂਸਿੰਗ ਜਾਂ ਕਹਿ ਲਈਏ ਫਿਜ਼ੀਕਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਬੇहद ਜ਼ਰੂਰੀ ਹੋਵੇਗੀ। ਇਸ ਨਾਲ ਹੀ ਆਓ ਹੁਣ ਬਾਕੀ ਕੁਝ ਹੋਰ ਸੇਵਾਵਾਂ ਤੇ ਵੀ ਝਾਤ ਮਾਰ ਲੈਂਦੇ ਆ। ਦਰਅਸਲ IT ਅਤੇ ਇਸ ਦੇ ਨਾਲ ਜੁੜੀਆਂ ਸੇਵਾਵਾਂ ਵਾਲੇ ਦਫ਼ਤਰ ਖੁੱਲੇ ਰਹਿਣਗੇ।
ਪਰ ਇਸ ਗੱਲ ਦਾ ਖਾਸ ਖਿਆਲ ਰੱਖਣ ਦੀ ਲੋੜ ਹੋਵੇਗੀ ਕਿ ਇਹਨਾਂ ਦਫ਼ਤਰਾਂ ਦੇ ਵਿੱਚ 50% ਤੋਂ ਜ਼ਿਆਦਾ ਸਟਾਫ ਨਹੀਂ ਹੋਵੇਗਾ। ਕੇਵਲ ਸਰਕਾਰੀ ਗਤੀਵਿਧੀਆਂ ਦੇ ਲਈ ਕੰਮ ਕਰਨ ਵਾਲੇ ਡਾਟਾ ਅਤੇ ਕਾਲ ਸੈਂਟਰ ਅਤੇ ਆਫਿਸ ਦੀ ਪ੍ਰਾਈਵੇਟ ਸਿਕਿਉਰਿਟੀ ਅਤੇ ਮੇਨਟੇਨੈਂਸ ਦੇ ਨਾਲ ਜੁੜੇ ਲੋਕ ਟਰੱਕ ਰਿਪੇਅਰ ਦੇ ਲਈ ਹਾਈਵੇ ਉੱਤੇ ਬਣੀਆਂ ਦੁਕਾਨਾਂ ਅਤੇ ਢਾਬੇ ਖੋਲ ਸਕਣਗੇ। ਪਰ ਇਹ ਸੂਬਾ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਹੋਣਗੀਆਂ ਕਿ ਇੱਥੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਜ਼ਰੂਰ ਹੋਵੇ। ਇਸ ਤੋਂ ਇਲਾਵਾ ਖੇਤੀ ਅਤੇ ਕਿਸਾਨੀ ਦੇ ਨਾਲ ਜੁੜੀਆਂ ਇਹ ਸੇਵਾਵਾਂ ਅਤੇ ਉਦਯੋਗ ਵੀ 20 ਅਪ੍ਰੈਲ ਨੂੰ ਸ਼ੁਰੂ ਹੋਣਗੇ। ਪਿੰਡਾਂ ਵਿੱਚ ਇੱਟਾਂ ਦੇ ਭੱਠੇ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀ ਵਿੱਚ ਕੰਮ ਸ਼ੁਰੂ ਕੀਤਾ ਜਾ ਸਕੇਗਾ। ਗ੍ਰਾਮ ਪੰਚਾਇਤ ਪੱਧਰ ਉੱਤੇ ਸਰਕਾਰ ਦੀ ਮਨਜ਼ੂਰੀ ਵਾਲੇ ਕਾਮਨ ਸਰਵਿਸ ਸੈਂਟਰ ਖੋਲ ਸਕਣਗੇ। ਕੋਲਡ ਸਟੋਰੇਜ ਅਤੇ ਵੇਅਰ ਹਾਊਸ ਸਰਵਿਸ ਦੀ ਸ਼ੁਰੂਆਤ ਵੀ ਕੀਤੀ ਜਾ ਸਕਦੀ ਹੈ। ਫਿਸ਼ਿੰਗ ਆਪਰੇਸ਼ਨ ਯਾਨੀ ਸਮੁੰਦਰ ਅਤੇ ਦੇਸ਼ ਦੇ ਅੰਦਰ ਇਹ ਜਾਰੀ ਰਹਿਣਗੇ। ਇਸ ਤੋਂ ਇਲਾਵਾ ਮਛਲੀਆਂ ਦਾ ਭੋਜਨ, ਮੇਨਟੇਨੈਂਸ, ਪ੍ਰੋਸੈਸਿੰਗ, ਪੈਕੇਜਿੰਗ, ਮਾਰਕੀਟਿੰਗ ਅਤੇ ਵਿਕਰੀ ਹੋ ਸਕੇਗੀ। ਕਮਰਸ਼ੀਅਲ ਐਕਵੇਰੀਅਮ ਵੀ ਖੋਲ ਸਕਣਗੇ। ਮੱਛੀ ਅਤੇ ਮੱਛੀ ਉਤਪਾਦ, ਫਿਸ਼ ਸੀਡ, ਮਛਲੀਆਂ ਦਾ ਖਾਣਾ ਤੇ ਇਸ ਵਿੱਚ ਕੰਮ ਕਰਨ ਵਾਲੇ ਲੋਕ ਆਵਾਜਾਈ ਵੀ ਕਰ ਸਕਣਗੇ। ਚਾਹ, ਕੌਫੀ, ਰਬੜ ਅਤੇ ਕਾਜੂ ਦੀ ਪ੍ਰੋਸੈਸਿੰਗ, ਪੈਕੇਜਿੰਗ, ਮਾਰਕੀਟਿੰਗ ਅਤੇ ਵਿਕਰੀ ਦੇ ਲਈ ਫਿਲਹਾਲ 50% ਮਜ਼ਦੂਰ ਹੀ ਕੰਮ ਕਰ ਸਕਣਗੇ। ਦੁੱਧ ਦਾ ਕਲੈਕਸ਼ਨ, ਪ੍ਰੋਸੈਸਿੰਗ, ਡਿਸਟ੍ਰੀਬਿਊਸ਼ਨ ਅਤੇ ਟਰਾਂਸਪੋਰਟੇਸ਼ਨ ਵੀ ਹੋ ਸਕੇਗੀ। ਪੋਲਟਰੀ ਫਾਰਮ ਸਮੇਤ ਹੋਰ ਪਸ਼ੂ ਪਾਲਣ ਗਤੀਵਿਧੀਆਂ ਚਾਲੂ ਰਹਿਣਗੀਆਂ। ਪਸ਼ੂਆਂ ਦਾ ਖਾਣਾ ਮਸਲਨ ਮੱਕਾ ਅਤੇ ਸੋਇਆ ਦੀ ਮੈਨੂਫੈਕਚਰਿੰਗ ਅਤੇ ਡਿਸਟ੍ਰੀਬਿਊਸ਼ਨ ਵੀ ਹੋ ਸਕੇਗੀ। ਪਸ਼ੂ ਸ਼ੈਲਟਰ ਅਤੇ ਗਊਸ਼ਾਲਾ ਵੀ ਖੁੱਲੀਆਂ ਰਹਿਣਗੀਆਂ। ਹੁਣ ਗੱਲ ਕਰਦੇ ਹਾਂ ਮੈਨੂਫੈਕਚਰਿੰਗ ਸੈਕਟਰ ਦੀ। ਜੀ ਹਾਂ, ਜ਼ਰੂਰੀ ਸਮਾਨ ਦੀ ਮੈਨੂਫੈਕਚਰਿੰਗ ਯੂਨਿਟ ਵਿੱਚ ਕੰਮ ਹੋ ਸਕੇਗਾ। ਇਹਨਾਂ ਵਿੱਚ ਡਰੱਗ, ਫਾਰਮਾ ਅਤੇ ਮੈਡੀਕਲ ਡਿਵਾਈਸ ਬਣਾਉਣ ਵਾਲੀਆਂ ਕੰਪਨੀਆਂ ਸ਼ਾਮਿਲ ਨੇ। ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖ ਅਤੇ ਮਾਸਕ ਲਗਾ ਕੇ ਮਨਰੇਗਾ ਦੇ ਨਾਲ ਜੁੜੇ ਮਜ਼ਦੂਰ ਵੀ ਕੰਮ ਕਰ ਸਕਣਗੇ। ਅਜਿਹੀ ਪ੍ਰੋਡਕਸ਼ਨ ਯੂਨਿਟ ਜਿਸ ਵਿੱਚ ਪ੍ਰੋਸੈਸ ਨੂੰ ਰੋਕਿਆ ਨਹੀਂ ਜਾ ਸਕਦਾ ਉਹ ਸ਼ੁਰੂ ਹੋ ਸਕਣਗੀਆਂ। ਉਹਨਾਂ ਦੀ ਸਪਲਾਈ ਚੇਨ ਵੀ ਸ਼ੁਰੂ ਹੋ ਸਕੇਗੀ। ਮੈਨੂਫੈਕਚਰਿੰਗ ਸੈਕਟਰ ਅਤੇ ਸਪੈਸ਼ਲ ਇਕਨੋਮਿਕ ਜ਼ੋਨ ਇੰਡਸਟਰੀਅਲ ਟਾਊਨਸ਼ਿਪ ਵਿੱਚ ਸਥਿਤ ਕੰਪਨੀਆਂ ਨੂੰ ਆਪਣੇ ਇੱਥੇ ਕੰਮ ਕਰਨ ਵਾਲੇ ਸਟਾਫ ਦੇ ਰੋਕਣ ਦੀ ਵਿਵਸਥਾ ਕੰਪਨੀ ਪਰਿਸਰ ਵਿੱਚ ਹੀ ਕਰਨੀ ਹੋਵੇਗੀ। ਇਹ ਖਾਸ ਧਿਆਨ ਦੇਣ ਯੋਗ ਗੱਲ ਹੈ। ਜੇਕਰ ਸਟਾਫ ਬਾਹਰ ਤੋਂ ਆਉਂਦਾ ਹੈ ਤਾਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਉਹਨਾਂ ਦੇ ਆਉਣ ਜਾਣ ਦੇ ਇੰਤਜ਼ਾਮ ਕੰਪਨੀ ਨੂੰ ਹੀ ਕਰਨੇ ਪੈਣਗੇ। ਆਈਟੀ ਹਾਰਡਵੇਅਰ ਬਣਾਉਣ ਵਾਲੀਆਂ ਕੰਪਨੀਆਂ ਵੀ ਆਪਣਾ ਕੰਮ ਧੰਦਾ ਸ਼ੁਰੂ ਕਰ ਸਕੇਗੀ। ਕੋਲ, ਮਾਈਨ ਅਤੇ ਮਿਨਰਲ ਪ੍ਰੋਡਕਸ਼ਨ, ਉਹਨਾਂ ਦੇ ਟਰਾਂਸਪੋਰਟ ਅਤੇ ਮਾਈਨਿੰਗ ਦੇ ਲਈ ਜ਼ਰੂਰੀ ਵਿਸਫੋਟਕ ਦੀ ਆਪੂਰਤੀ ਵੀ ਜਾਰੀ ਰਹੇਗੀ। ਆਇਲ ਅਤੇ ਜੂਟ ਇੰਡਸਟਰੀ, ਪੈਕੇਜਿੰਗ ਮਟੀਰੀਅਲ ਦੀ ਮੈਨੂਫੈਕਚਰਿੰਗ ਯੂਨਿਟ ਵੀ ਇਸ ਲਾਕਡਾਊਨ ਤੇ ਕਰਫਿਊ ਤੋਂ ਛੂਟ ਮਿਲ ਜਾਵੇਗੀ। ਇਸ ਦੇ ਨਾਲ ਹੀ ਕੁਝ ਕੰਸਟਰਕਸ਼ਨ ਐਕਟੀਵਿਟੀਜ਼ ਵੀ 20 ਅਪ੍ਰੈਲ ਤੋਂ ਸ਼ੁਰੂ ਹੋ ਸਕਣਗੀਆਂ। ਜੀ ਹਾਂ, ਸ਼ਹਿਰ ਖੇਤਰ ਦੇ ਬਾਹਰ ਸੜਕ, ਸਿੰਚਾਈ, ਬਿਲਡਿੰਗ ਅਤੇ ਸਾਰੇ ਤਰ੍ਹਾਂ ਦੇ ਇੰਡਸਟਰੀਅਲ ਪ੍ਰੋਜੈਕਟ ਵਿੱਚ ਕੰਸਟਰਕਸ਼ਨ ਸ਼ੁਰੂ ਹੋ ਸਕੇਗੀ। ਜੇਕਰ ਸ਼ਹਿਰੀ ਖੇਤਰ ਵਿੱਚ ਕੰਸਟਰਕਸ਼ਨ ਪ੍ਰੋਜੈਕਟ ਸ਼ੁਰੂ ਕਰਨਾ ਹੈ ਤਾਂ ਇਸ ਦੇ ਲਈ ਮਜ਼ਦੂਰ ਸਾਈਟ ਉੱਤੇ ਹੀ ਉਪਲਬਧ ਹੋਣੇ ਚਾਹੀਦੇ ਨੇ। ਕੋਈ ਮਜ਼ਦੂਰ ਬਾਹਰੋਂ ਨਹੀਂ ਲਿਆਇਆ ਜਾ ਸਕੇਗਾ। ਬੇਫਿਕਰ ਰਹੋ। ਇਹ ਸੇਵਾਵਾਂ ਜਿਨ੍ਹਾਂ ਦਾ ਅਸੀਂ ਹੁਣ ਜ਼ਿਕਰ ਕਰਨ ਜਾ ਰਹੇ ਹਾਂ, ਜਨਤਾ ਕਰਫਿਊ ਤੋਂ ਲੈ ਕੇ ਲਾਕਡਾਊਨ ਦੇ ਪਹਿਲੇ ਪੜਾਅ ਤੱਕ ਚਾਲੂ ਸਨ ਤੇ 3 ਮਈ ਤੱਕ ਵੀ ਚਾਲੂ ਰਹਿਣਗੀਆਂ। ਨੰਬਰ 1, ਪਬਲਿਕ ਯੂਟਿਲਿਟੀ, बैंक ਅਤੇ ATM खुले रहणगे, पेट्रोल पंप खुले रहणगे, डीजल ਦੀ ਸਪਲਾਈ, ਕੈਰੋਸੀਨ ਦੀ ਸਪਲਾਈ, CNG ਦੀ ਸਪਲਾਈ, LPG ਦੀ ਸਪਲਾਈ ਅਤੇ PNG ਦੀ ਸਪਲਾਈ ਵੀ ਜਾਰੀ ਰਹੇਗੀ। ਡਾਕਘਰ ਖੁੱਲੇ ਰਹਿਣਗੇ, ਯਾਨੀ ਕਿ ਡਾਕ ਸੇਵਾਵਾਂ ਜਾਰੀ ਰਹਿਣਗੀਆਂ। ਕੈਪੀਟਲ ਅਤੇ ਡੇਟ ਮਾਰਕੀਟ SEBI ਦੇ ਨਿਰਦੇਸ਼ਾਂ ਦੇ ਅਨੁਸਾਰ ਹੀ ਕੰਮ ਕਰਨਗੀਆਂ। ਤੇ ਜੇਕਰ ਸਿਹਤ ਸਿਸਟਮ ਦੀ ਗੱਲ ਕਰੀਏ ਤਾਂ ਇਸ 'ਚ ਤੁਹਾਨੂੰ ਕੀ ਰਿਆਇਤਾਂ ਮਿਲਣਗੀਆਂ, ਇਸ ਤੇ ਵੀ ਗੱਲ ਕਰਨੀ ਜ਼ਰੂਰੀ ਹੈ। ਸੋ ਇਸ ਤੇ ਵੀ ਗੱਲ ਕਰ ਲੈਂਦੇ ਹਾਂ। ਦਰਅਸਲ ਹਸਪਤਾਲ, ਨਰਸਿੰਗ ਹੋਮ, ਕਲੀਨਿਕ ਉਸੇ ਤਰ੍ਹਾਂ ਦੇ ਨਾਲ ਚੱਲਦੇ ਰਹਿਣਗੇ। ਡਿਸਪੈਂਸਰੀ, ਕੈਮਿਸਟ, ਫਾਰਮੇਸੀ, ਜਨ ਔਸ਼ਧੀ ਕੇਂਦਰਾਂ ਸਮੇਤ ਸਾਰੇ ਤਰ੍ਹਾਂ ਦੀਆਂ ਦਵਾਈਆਂ ਦੀਆਂ ਦੁਕਾਨਾਂ ਅਤੇ ਮੈਡੀਕਲ ਇਕਵਿਪਮੈਂਟ ਦੀਆਂ ਦੁਕਾਨਾਂ, ਮੈਡੀਕਲ ਲੈਬ ਅਤੇ ਕਲੈਕਸ਼ਨ ਸੈਂਟਰ
ਫਾਰਮਾ ਅਤੇ ਮੈਡੀਕਲ ਰਿਸਰਚ ਲੈਬ, ਕਰੋਨਾ ਦੇ ਨਾਲ ਜੁੜੇ ਰਿਸਰਚ ਕਰਨ ਵਾਲੀਆਂ ਜਿੰਨੀਆਂ ਸੰਸਥਾਵਾਂ ਨੇ, ਵੈਟਰਨਰੀ ਹਸਪਤਾਲ ਨੇ, ਪੈਥੋਲੋਜੀ ਲੈਬਸ ਨੇ, ਟੀਕੇ ਅਤੇ ਦਵਾਈਆਂ ਦੀਆਂ ਵਿਕਰੀ ਕਰਨ ਵਾਲੀਆਂ ਦੁਕਾਨਾਂ, ਕਰੋਨਾ ਨੂੰ ਰੋਕਣ ਦੇ ਲਈ ਜ਼ਰੂਰੀ ਸੇਵਾਵਾਂ ਦੇਣ ਵਾਲੇ ਸਾਰੇ ਨਿੱਜੀ ਸੰਸਥਾਨ, ਹੋਮ ਕੇਅਰ, ਡਾਇਗਨੋਸਟਿਕ ਸੈਂਟਰ, ਹਸਪਤਾਲਾਂ 'ਚ ਕੰਮ ਕਰਨ ਵਾਲੀ ਸਪਲਾਈ ਚੇਨ ਚਾਲੂ ਰਹੇਗੀ ਤੇ ਦਵਾਈ, ਫਾਰਮਾ, ਮੈਡੀਕਲ ਡਿਵਾਈਸ, ਮੈਡੀਕਲ ਆਕਸੀਜਨ ਅਤੇ ਇਸ ਦੇ ਨਾਲ ਜੁੜੀਆਂ ਪੈਕੇਜਿੰਗ ਮਟੀਰੀਅਲ ਅਤੇ ਰॉ ਮਟੀਰੀਅਲ ਬਣਾਉਣ ਵਾਲੀ ਮੈਨੂਫੈਕਚਰਿੰਗ ਯੂਨਿਟਸ, ਸਾਰੇ ਤਰ੍ਹਾਂ ਦੀ ਮੈਡੀਕਲ ਵੈਟਰਨਰੀ ਸੇਵਾਵਾਂ ਦੇ ਨਾਲ ਜੁੜੇ ਲੋਕ, ਸਾਇੰਟਿਸਟ, ਨਰਸਾਂ, ਪੈਰਾਮੈਡੀਕਲ ਸਟਾਫ, ਲੈਬ ਟੈਕਨੀਸ਼ੀਅਨਸ, ਐਂਬੂਲੈਂਸ ਸਮੇਤ ਹਸਪਤਾਲ ਦੇ ਨਾਲ ਜੁੜੇ ਸੇਵਾਵਾਂ ਦੇ ਨਾਲ ਜੁੜੇ ਜੋ ਲੋਕ ਨੇ ਸੂਬੇ ਦੇ ਅੰਦਰ ਅਤੇ ਬਾਹਰ, ਉਹ ਸਾਰੀ ਤਰ੍ਹਾਂ ਦੇ ਨਾਲ ਮੂਵਮੈਂਟ ਕਰ ਸਕਣਗੇ। ਇਸ ਸਰਕਾਰ ਨੇ ਹਿਦਾਇਤਾਂ ਜਾਰੀ ਕਰ ਦਿੱਤੀਆਂ ਨੇ। ਆਓ ਹੁਣ ਗੱਲ ਕਰ ਲੈਂਦੇ ਹਾਂ ਟਰਾਂਸਪੋਰਟ ਦੀ। ਸਾਰੇ ਤਰ੍ਹਾਂ ਦੇ ਸਾਮਾਨਾਂ ਦੀ ਆਵਾਜਾਈ ਹੋ ਸਕੇਗੀ। ਰੇਲਵੇ ਦੀ ਮਦਦ ਦੇ ਨਾਲ ਸਾਮਾਨ ਅਤੇ ਪਾਰਸਲ ਭੇਜੇ ਜਾ ਸਕਣਗੇ। ਜਹਾਜ਼ਾਂ ਦੀ ਵੀ ਕਾਰਗੋ ਦੇ ਲਈ ਜਾਂ ਲੋਕਾਂ ਦੀ ਮਦਦ ਅਤੇ ਵੱਖ-ਵੱਖ ਇਲਾਕਿਆਂ 'ਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਇਸਤੇਮਾਲ ਹੋ ਸਕੇਗਾ। ਬੰਦਰਗਾਹਾਂ ਦੇ ਜ਼ਰੀਏ ਦੇਸ਼ ਦੇ ਅੰਦਰ ਤੇ ਬਾਹਰ ਰਸੋਈ ਗੈਸ, ਖਾਣ ਪੀਣ ਦੇ ਨਾਲ ਜੁੜੀ ਸਮੱਗਰੀ ਅਤੇ ਮੈਡੀਕਲ ਸਪਲਾਈ ਹੋ ਸਕੇਗੀ। ਸੜਕ ਦੇ ਰਸਤੇ ਜ਼ਰੂਰਤ ਦੇ ਸਾਮਾਨਾਂ ਨੂੰ ਲੈ ਜਾਣ ਵਾਲੇ ਟਰੱਕਾਂ, ਗੱਡੀਆਂ ਦੀ ਆਵਾਜਾਈ ਵੀ ਬਹਾਲ ਹੋ ਸਕਣਗੀਆਂ, ਪਰ ਇੱਕ ਗੱਡੀ ਵਿੱਚ 2 ਡਰਾਈਵਰ ਅਤੇ ਇੱਕ ਹੈਲਪਰ ਨੂੰ ਹੀ ਜਾਣ ਦੀ ਇਜਾਜ਼ਤ ਮਿਲ ਸਕੇਗੀ। ਬੋਲੋ ਟਰੱਕ ਵੀਰੋ, ਸਾਰੇ ਕੇਂਦਰੀ ਦਫ਼ਤਰ ਅਤੇ ਇਸ ਦੇ ਨਾਲ ਜੁੜੇ ਹੋਰ ਅਦਾਰੇ ਵੀ ਖੁੱਲੇ ਰਹਿਣਗੇ। ਇਸ ਦੇ ਬਾਰੇ ਦੀ ਗੱਲ ਕਰ ਲੈਂਦੇ ਹਾਂ। ਦਰਅਸਲ ਕੇਂਦਰ ਸਰਕਾਰ ਦੇ ਸਾਰੇ ਮੰਤਰਾਲੇ ਦੇ ਅਧੀਨ ਆਉਣ ਵਾਲੇ ਡਿਪਾਰਟਮੈਂਟਸ, ਇਹਨਾਂ ਦਫ਼ਤਰਾਂ ਦੇ ਵਿੱਚ ਡਿਪਟੀ ਸੈਕਟਰੀ ਅਤੇ ਇਸ ਤੋਂ ਉੱਤੇ ਅਹੁਦੇ ਤੇ ਬੈਠੇ ਅਧਿਕਾਰੀਆਂ ਦੀ 100% ਹਾਜ਼ਰੀ ਜ਼ਰੂਰ ਹੋਵੇਗੀ। ਇਸ ਤੋਂ ਹੇਠਲੇ ਅਹੁਦਿਆਂ ਦੇ 33% ਤੋਂ ਜ਼ਿਆਦਾ ਅਧਿਕਾਰੀਆਂ ਅਤੇ ਹੋਰ ਸਟਾਫ ਨੂੰ ਜ਼ਰੂਰਤ ਦੇ ਮੁਤਾਬਕ ਆਫਿਸ 'ਚ ਆਉਣਾ ਹੋਵੇਗਾ। सशस्त्र बल, सेहत ਅਤੇ परिवार कल्याण, आपदा प्रबंधन, मौसम विभाग, केंद्रीय सूचना कमीशन, FCI, NCC, नेहरू जवान केंद्र ਅਤੇ ਕਸਟਮ ਦੇ ਦਫ਼ਤਰਾਂ ਵਿੱਚ ਵੀ ਬਿਨਾਂ ਰੁਕਾਵਟ ਦੇ ਕੰਮ ਹੋ ਸਕੇਗਾ। ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦਫ਼ਤਰਾਂ ਅਤੇ ਉਹਨਾਂ ਦੇ ਨਾਲ ਜੁੜੇ ਆਫਿਸ ਦੀ ਵੀ ਖੁੱਲ ਸਕਣਗੇ। ਇਹਨਾਂ ਬਾਰੇ ਵੀ ਗੱਲ ਕਰ ਲੈਂਦੇ ਹਾਂ। ਦਰਅਸਲ ਪੁਲਿਸ, ਹੋਮਗਾਰਡ, ਸਿਵਲ ਡਿਫੈਂਸ, ਫਾਇਰ ਅਤੇ ਐਮਰਜੈਂਸੀ ਸਰਵਿਸਿਜ਼, ਆਪਦਾ ਪ੍ਰਬੰਧਨ, ਜੇਲ੍ਹ ਅਤੇ ਨਗਰ ਨਿਕਾਏ ਦੇ ਦਫ਼ਤਰਾਂ ਵਿੱਚ ਕੰਮ ਧੰਦਾ ਜਾਰੀ ਰਹੇਗਾ। ਇਸ ਦੇ ਇਲਾਵਾ ਸੂਬੇ ਦੇ ਹੋਰ ਵਿਭਾਗਾਂ ਦੇ ਵਿੱਚ ਸਟਾਫ ਦੀ ਸੀਮਿਤ ਗਿਣਤੀ ਦੇ ਨਾਲ ਕੰਮ ਹੋਵੇਗਾ। ਗਰੁੱਪ A ਅਤੇ ਗਰੁੱਪ B ਦੇ ਅਧਿਕਾਰੀ ਜ਼ਰੂਰਤ ਪੈਣ ਉੱਤੇ ਆਫਿਸ ਆਉਣਗੇ। ਗਰੁੱਪ C ਅਤੇ ਉਹਨਾਂ ਦੇ ਹੇਠਾਂ ਦੇ 33% ਕਰਮਚਾਰੀ ਦੇ ਨਾਲ ਦਫ਼ਤਰ 'ਚ ਹੀ ਕੰਮ ਹੋ ਸਕੇਗਾ। ਜ਼ਿਲ੍ਹਾ ਪ੍ਰਸ਼ਾਸਨ ਅਤੇ ਕੋਸ਼ਾਗਾਰ ਦੇ ਵਿੱਚ ਕਰਮਚਾਰੀਆਂ ਦੀ ਸੀਮਿਤ ਗਿਣਤੀ ਦੇ ਨਾਲ ਕੰਮ ਹੋਵੇਗਾ। ਹਾਲਾਂਕਿ ਜ਼ਰੂਰੀ ਸੇਵਾਵਾਂ ਦੀ ਡਿਲੀਵਰੀ ਵਿੱਚ ਲੱਗੇ ਕਰਮਚਾਰੀਆਂ ਨੂੰ ਛੋਟ ਬਰਕਰਾਰ ਰਹੇਗੀ। ਜੰਗਲਾਤ ਵਿਭਾਗ ਦੇ ਕਰਮਚਾਰੀਆਂ ਚਿੜੀਆਘਰ, ਨਰਸਰੀ, ਪੇੜਾਂ ਦੀ ਸਿੰਚਾਈ ਅਤੇ ਜੰਗਲ ਵਿੱਚ ਅੱਗ ਉੱਤੇ ਕਾਬੂ ਪਾਉਣ ਦੇ ਕੰਮ ਵੀ ਹੋ ਸਕਣਗੇ। ਹੁਣ ਗੱਲ ਉਹਨਾਂ ਦੀ ਜੋ ਪਹਿਲਾਂ ਵੀ ਬੰਦ ਸੀ ਅਤੇ 3 ਮਈ ਤੋਂ ਬਾਅਦ ਵੀ ਬੰਦ ਹੀ ਰਹਿਣਗੀਆਂ। ਉਹ ਨੇ ਸਾਰੇ ਤਰ੍ਹਾਂ ਦੇ ਘਰੇਲੂ ਅਤੇ ਵਿਦੇਸ਼ੀ ਉਡਾਨਾਂ, ਯਾਤਰੀ ਟ੍ਰੇਨਾਂ ਦੀ ਸਾਰੇ ਤਰ੍ਹਾਂ ਦੀ ਆਵਾਜਾਈ ਸੁਰੱਖਿਆ ਕਾਰਨਾਂ ਨੂੰ ਛੱਡ ਕੇ ਸਿਰਫ ਬੰਦ ਰਹਿਣਗੀਆਂ। ਪਬਲਿਕ ਟਰਾਂਸਪੋਰਟ ਵਿੱਚ ਇਸਤੇਮਾਲ ਹੋਣ ਵਾਲੀ ਬੱਸਾਂ ਬਿਲਕੁਲ ਨਹੀਂ ਚੱਲਣਗੀਆਂ। ਮੈਟਰੋ ਰੇਲ ਸੇਵਾ ਵੀ ਬਿਲਕੁਲ ਬੰਦ ਰਹੇਗੀ। ਮੈਡੀਕਲ ਵਜ੍ਹਾ ਨੂੰ ਛੱਡ ਕੇ ਬਾਕੀ ਸਾਰੇ ਲੋਕਾਂ ਦਾ ਇੱਕ ਦੂਜੇ ਤੋਂ ਜ਼ਿਲ੍ਹੇ ਅਤੇ ਇੱਕ ਤੋਂ ਦੂਜੇ ਸੂਬੇ ਵਿੱਚ ਮੂਵਮੈਂਟ ਬਿਲਕੁਲ ਨਹੀਂ ਹੋਵੇਗਾ। ਸਾਰੇ ਤਰ੍ਹਾਂ ਦੇ ਸਿੱਖਿਆ ਇੰਸਟੀਚਿਊਟ ਅਤੇ ਕੋਚਿੰਗ ਇੰਸਟੀਚਿਊਟ ਬੰਦ ਰਹਿਣਗੇ। ਜਿਨ੍ਹਾਂ ਨੂੰ ਇਜਾਜ਼ਤ ਮਿਲੀ ਹੋਈ ਹੈ ਉਸ ਨੂੰ ਛੱਡ ਕੇ ਸਾਰੇ ਤਰ੍ਹਾਂ ਦੀ ਕਮਰਸ਼ੀਅਲ ਅਤੇ ਇੰਡਸਟਰੀਅਲ ਗਤੀਵਿਧੀਆਂ ਬਿਲਕੁਲ ਬੰਦ ਰਹਿਣਗੀਆਂ। ਜਿਨ੍ਹਾਂ ਨੂੰ ਇਜਾਜ਼ਤ ਮਿਲੀ ਹੋਈ ਹੈ ਉਸ ਨੂੰ ਛੱਡ ਕੇ ਹਸਪਿਟੈਲਿਟੀ ਸੇਵਾਵਾਂ ਵੀ ਬਿਲਕੁਲ ਨਹੀਂ ਚਾਲੂ ਹੋਣਗੀਆਂ, ਇਹ ਨਹੀਂ ਚੱਲਣਗੀਆਂ। ਆਟੋ ਰਿਕਸ਼ਾ, ਸਾਈਕਲ ਰਿਕਸ਼ਾ, ਟੈਕਸੀ ਅਤੇ ਕੈਬ ਸੇਵਾਵਾਂ ਬਿਲਕੁਲ ਬੰਦ ਰਹਿਣਗੀਆਂ। ਸਾਰੇ ਸਿਨੇਮਾ ਹਾਲ ਬੰਦ ਰਹਿਣਗੇ। ਸ਼ਾਪਿੰਗ ਮਾਲ ਬੰਦ ਰਹਿਣਗੇ। ਸ਼ਾਪਿੰਗ ਕੰਪਲੈਕਸ ਬੰਦ ਰਹਿਣਗੇ। ਜਿਮ, ਸਪੋਰਟਸ ਕੰਪਲੈਕਸ, ਸਵਿਮਿੰਗ ਪੂਲ, ਐਂਟਰਟੇਨਮੈਂਟ ਜਿਹੜੇ ਪਾਰਕ ਨੇ ਉਹ ਸਾਰੇ ਬੰਦ ਰਹਿਣਗੇ। ਥੀਏਟਰ ਬੰਦ ਰਹਿਣਗੇ। ਬਾਰ, ਐਡੀਟੋਰੀਅਮ, ਅਸੈਂਬਲੀ ਹਾਲ ਅਤੇ ਇਹਨਾਂ ਦੇ ਵਿੱਚ ਜੋ ਵਰਤੀਆਂ ਜਾਣ ਵਾਲੀਆਂ ਥਾਵਾਂ ਨੇ ਉਹ ਬਿਲਕੁਲ ਨਹੀਂ ਖੁੱਲਣਗੀਆਂ। ਸਾਰੇ ਤਰ੍ਹਾਂ ਦੇ ਸਮਾਜਿਕ, ਰਾਜਨੀਤਿਕ, ਖੇਲ, ਮਨੋਰੰਜਨ, ਅਕੈਡਮਿਕ, ਸੰਸਕ੍ਰਿਤਿਕ ਅਤੇ ਧਾਰਮਿਕ ਸਮਾਰੋਹ ਜਾਂ ਜਮਾਵੜੇ ਦੀ ਬਿਲਕੁਲ ਇਜਾਜ਼ਤ ਨਹੀਂ ਹੋਵੇਗੀ। ਆਮ ਲੋਕਾਂ ਦੇ ਲਈ ਸਾਰੇ ਤਰ੍ਹਾਂ ਦੇ ਧਾਰਮਿਕ ਸੰਸਥਾਨ ਟੋਟਲੀ ਬੰਦ ਰਹਿਣਗੇ। लॉकडाउन के दौरान जो सहूलतां दित्तियां गईयां सन वो हुण खत्म हो चुकियां ने ਅਤੇ ਹੁਣ 20 अप्रैल ਤੋਂ ਤੁਹਾਨੂੰ ਦੇਣਾ ਹੋਵੇਗਾ ਟੋਲ ਟੈਕਸ।
ਉਂਝ ਤਾਂ ਲॉकडाउन 3 ਮਈ ਤੱਕ ਲਾਗੂ ਹੋਵੇਗਾ, ਲੇਕਿਨ ਮਾਲੀ ਹਾਲਤ ਨੂੰ ਰਫਤਾਰ ਦੇਣ ਦੇ ਲਈ 20 ਅਪ੍ਰੈਲ ਤੋਂ ਕੁਝ ਖੇਤਰਾਂ ਵਿੱਚ ਢਿੱਲ ਦਿੱਤੀ ਜਾਵੇਗੀ। ਇਸ ਢਿੱਲ ਦੇ ਨਾਲ ਹੀ NHAI 20 ਅਪ੍ਰੈਲ ਤੋਂ ਰਾਸ਼ਟਰੀ ਰਾਜਮਾਰਗਾਂ ਉੱਤੇ यानी कि नेशनल हाईवे से टोल टैक्स वसूलना शुरू कर देगी। इस संबंध में सड़क ट्रांसपोर्ट ते राजमार्ग मंत्रालय ने NHAI ਨੂੰ ਇੱਕ ਪੱਤਰ भी लिखा है। ਤੁਹਾਨੂੰ ਦੱਸਦੇ ਹਾਂ कि इस पत्र 'ਚ आखिरकार लिखा की है। NHAI ਨੂੰ ਲਿਖੇ ਪੱਤਰ ਵਿੱਚ ਮੰਤਰਾਲੇ ਨੇ ਕਿਹਾ ਹੈ ਕਿ ਟੋਲ ਟੈਕਸ ਦੀ ਵਸੂਲੀ 20 ਅਪ੍ਰੈਲ 2020 ਤੋਂ ਕੀਤੀ ਜਾਣੀ ਚਾਹੀਦੀ ਹੈ। दरअसल ਲੰਘੇ 25 ਮਾਰਚ ਨੂੰ ਸਰਕਾਰ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਕਡਾਊਨ ਦੀ ਵਜ੍ਹਾ ਕਰਕੇ ਟੋਲ ਟੈਕਸ ਦੀ ਵਸੂਲੀ ਅਸਥਾਈ ਤੌਰ ਤੇ ਰੋਕ ਦਿੱਤੀ ਸੀ, ਤਾਂ ਜੋ ਜ਼ਰੂਰੀ ਵਸਤੂਆਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਤੇ ਲਿਜਾਣ ਵਿੱਚ ਲੋਕਾਂ ਨੂੰ ਜ਼ਿਆਦਾ ਮੁਸ਼ਕਲਾਤਾਂ ਨਾ ਆਵੇ। ਇਸ ਤੋਂ ਬਾਅਦ NHAI ਨੇ 11 ਅਤੇ 14 ਅਪ੍ਰੈਲ ਨੂੰ ਆਪਣੇ ਮੰਤਰਾਲੇ ਨੂੰ ਪੱਤਰ ਲਿਖਿਆ, ਜਿਸ ਵਿੱਚ ਟੋਲ ਟੈਕਸ ਵਸੂਲੀ ਸ਼ੁਰੂ ਕਰਨ ਉੱਤੇ ਜ਼ੋਰ ਦਿੱਤਾ ਗਿਆ। ਇਸ ਪੱਤਰ ਦੇ ਵਿੱਚ NHAI ਨੇ ਟੋਲ ਟੈਕਸ ਵਸੂਲੀ ਦੇ ਲਈ ਦਲੀਲ ਦਿੰਦੇ ਹੋਏ ਕਿਹਾ ਕਿ ਗ੍ਰਹਿ ਮੰਤਰਾਲੇ ਵੱਲੋਂ ਕਈ ਕੰਮਕਾਜਾਂ ਨੂੰ 20 ਅਪ੍ਰੈਲ ਤੋਂ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਜਾਵੇ। NHAI ਦੇ ਮੁਤਾਬਕ ਟੋਲ ਟੈਕਸ ਦੀ ਵਸੂਲੀ ਦੇ ਨਾਲ ਸਰਕਾਰ ਨੂੰ ਮਾਲੀਆ ਜਾਂ ਕਹੀਏ ਕਿ ਸਰਕਾਰ ਨੂੰ ਰੈਵਨਿਊ ਮਿਲਦਾ ਹੈ ਅਤੇ ਇਸ ਦੇ ਨਾਲ NHAI ਨੂੰ ਪੈਸਾ ਵੀ ਮਿਲਦਾ ਹੈ, ਮੁਨਾਫਾ ਵੀ ਹੁੰਦਾ ਹੈ। ਤੇ ਹੁਣ ਗੱਲ ਕਰਦੇ ਹਾਂ 에ਅਰ ਇੰਡੀਆ ਦੀ। ਲਾਕਡਾਊਨ ਦੇ ਦੌਰਾਨ 에ਅਰ ਇੰਡੀਆ ਨੇ ਚੁਣਿੰਦਾ ਕੌਮੀ ਅਤੇ ਕੌਮਾਂਤਰੀ ਮਾਰਗਾ ਉਡਾਨਾਂ ਦੇ ਲਈ ਬੁਕਿੰਗ ਦੀ ਸ਼ੁਰੂ ਕਰਨ ਦੀ ਘੋਸ਼ਣਾ ਵੀ ਕਰ ਦਿੱਤੀ ਹੈ। 에ਅਰ ਇੰਡੀਆ ਨੇ 4 ਮਈ ਤੋਂ ਚੁਣਿੰਦਾ ਘਰੇਲੂ ਮਾਰਗਾਂ ਉੱਤੇ ਬੁਕਿੰਗ ਸ਼ੁਰੂ ਕਰਨ ਦੇ ਲਈ ਸ਼ਨੀਚਰਵਾਰ ਨੂੰ ਘੋਸ਼ਣਾ ਕੀਤੀ ਹੈ। ਹਾਲਾਂਕਿ ਇਸ ਵਿੱਚ ਕੁਝ ਪੇਚ ਨੇ ਜਿਸ ਦੇ ਬਾਰੇ ਸਥਿਤੀਆਂ ਸਾਫ਼ ਨਹੀਂ ਹੋ ਪਾਈਆਂ। ਨਾਲ ਹੀ ਕੰਪਨੀ ਨੇ 1 ਜੂਨ ਤੋਂ ਅੰਤਰਰਾਸ਼ਟਰੀ ਮਾਰਗਾਂ ਦੀ ਬੁਕਿੰਗ ਵੀ ਸ਼ੁਰੂ ਕਰਨੀ ਜਾ ਰਹੀ ਹੈ। 에ਅਰ ਇੰਡੀਆ ਦੀ ਵੈਬਸਾਈਟ ਤੇ ਉਪਲਬਧ ਸੂਚਨਾ ਦੇ ਮੁਤਾਬਕ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਅਸੀਂ 3 ਮਈ 2020 ਤੱਕ ਆਪਣੀ ਸਾਰੀ ਘਰੇਲੂ ਅਤੇ 31 ਮਈ 2020 ਤੱਕ ਅੰਤਰਰਾਸ਼ਟਰੀ ਉਡਾਨਾਂ ਦੀ ਬੁਕਿੰਗ ਰੋਕ ਦਿੱਤੀ ਹੈ। ਇੱਕ ਬਿਆਨ ਦੇ ਮੁਤਾਬਕ ਚੁਣਿੰਦਾ ਘਰੇਲੂ ਹਵਾਈ ਮਾਰਗਾਂ ਉੱਤੇ ਯਾਤਰਾ ਦੇ ਲਈ 4 ਮਈ ਅਤੇ ਅੰਤਰਰਾਸ਼ਟਰੀ ਯਾਤਰਾ ਦੇ ਲਈ 1 ਜੂਨ ਤੋਂ ਉਡਾਨਾਂ ਉਪਲਬਧ ਹੋਣਗੀਆਂ। ਨਾਲ ਹੀ ਕਿਹਾ ਗਿਆ ਹੈ ਕਿ ਹਾਲਾਤਾਂ ਉੱਤੇ ਬਾਰੀਕੀ ਦੇ ਨਾਲ ਨਜ਼ਰ ਵੀ ਰੱਖੀ ਜਾ ਰਹੀ ਹੈ। कोरोना वायरस महामारी के कम्युनिटी स्प्रेड ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਨੇ 25 ਮਾਰਚ ਨੂੰ 21 ਦਿਨ ਦੇ ਲਾਕਡਾਊਨ ਦਾ ਐਲਾਨ ਕੀਤਾ ਸੀ। ਇਸ ਨੂੰ 19 ਦਿਨ ਅੱਗੇ ਵਧਾ ਕੇ 3 ਮਈ ਤੱਕ ਕਰ ਦਿੱਤਾ ਗਿਆ। ਇੱਕ ਅਨੁਮਾਨ ਦੇ ਮੁਤਾਬਕ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ ਰੱਦ ਹੋਣ ਦੇ ਨਾਲ 에ਅਰ ਇੰਡੀਆ ਨੂੰ ਰੋਜ਼ਾਨਾ 30 ਤੋਂ 35 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਆਓ ਹੁਣ ਗੱਲ ਕਰਦੇ ਹਾਂ ਕਿ ਆਖਿਰ ਇਹ ਲਾਕਡਾਊਨ ਸਾਨੂੰ ਜਾਂ ਕਹਿ ਲਈਏ ਕਿ ਸਾਡੇ ਦੇਸ਼ ਨੂੰ ਕਿੰਨਾ ਮਹਿੰਗਾ ਪੈ ਰਿਹਾ ਹੈ। ਉਦਯੋਗ ਅਤੇ ਨੌਕਰੀ ਪੇਸ਼ਾ ਦੇ ਨਾਲ ਜੁੜੇ ਸੰਗਠਨ ਫਿੱਕੀ ਯਾਨੀ ਕਿ ਫੈਡਰੇਸ਼ਨ ਆਫ ਇੰਡੀਆ ਚੈਂਬਰਸ ਆਫ ਕਮਰਸ ਐਂਡ ਇੰਡਸਟਰੀ ਦੇ ਇੱਕ ਅਨੁਮਾਨ ਦੇ ਮੁਤਾਬਕ ਲਾਕਡਾਊਨ ਦੇ ਹਰ ਦਿਨ ਭਾਰਤੀ ਮਾਲੀ ਹਾਲਤ ਨੂੰ ਯਾਨੀ ਕਿ ਅਰਥ ਵਿਵਸਥਾ ਨੂੰ 40,000 ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਸੰਗਠਨ ਦੀ ਪ੍ਰਧਾਨ ਸੰਗੀਤਾ ਰੈੱਡੀ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਸਾਲ 2020 ਦੇ ਅਪ੍ਰੈਲ ਸਤੰਬਰ ਦੇ ਮਹੀਨੇ ਦੇ ਵਿੱਚ ਘੱਟੋ-ਘੱਟ 4 ਕਰੋੜ ਨੌਕਰੀਆਂ ਜਾਣ ਦਾ ਖਤਰਾ ਪੈਦਾ ਹੋ ਗਿਆ। ਚੀਜ਼ਾਂ ਦੀ ਘਟਦੀ ਮੰਗ ਦੀ ਵਜ੍ਹਾ ਦੇ ਨਾਲ ਉਦਯੋਗ ਆਪਣੇ ਵਰਕਰਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੰਦੇ ਨੇ। ਨਤੀਜਾ ਲੋਕਾਂ ਦੇ ਕੋਲ ਖਰਚਣ ਦੇ ਲਈ ਪੈਸੇ ਨਹੀਂ ਹੁੰਦੇ। ਇਸ ਦੇ ਨਾਲ ਬਾਜ਼ਾਰ ਵਿੱਚ ਮੰਗ ਹੋਰ ਘੱਟ ਹੋ ਜਾਂਦੀ ਹੈ। ਜਦੋਂ ਮੰਗ ਹੋਰ ਘੱਟ ਹੋ ਜਾਂਦੀ ਹੈ ਤਾਂ ਕੰਪਨੀਆਂ ਦੀ ਆਮਦਨੀ ਉੱਤੇ ਇਸ ਦਾ ਸਿੱਧੇ ਤੌਰ ਤੇ ਅਸਰ ਹੁੰਦਾ ਹੈ ਅਤੇ ਫਿਰ ਕੁਝ ਹੋਰ ਲੋਕਾਂ ਨੂੰ ਆਪਣੀ ਨੌਕਰੀ ਗਵਾਉਣੀ ਪੈਂਦੀ ਹੈ। ਸ਼ਾਇਦ ਇਸ ਵਜ੍ਹਾ ਦੇ ਨਾਲ ਪ੍ਰਧਾਨ ਮੰਤਰੀ ਨੇ ਬਾਰ-ਬਾਰ ਕੰਪਨੀਆਂ ਨੂੰ ਲੋਕਾਂ ਨੂੰ ਨੌਕਰੀ ਤੋਂ ਨਾ ਕੱਢਣ ਦੀ ਅਪੀਲ ਕੀਤੀ ਸੀ, ਉਹ ਜੋ ਅੱਜ ਵੀ ਕਰ ਰਹੇ ਨੇ। ਪਰ ਉਸ ਦਾ ਕਿੰਨਾ ਅਸਰ ਹੋਇਆ ਇਹ ਲਾਕਡਾਊਨ ਦੇ ਬਾਅਦ ਲੋਕਾਂ ਦੇ ਸੜਕਾਂ ਉੱਤੇ ਨਿਕਲਣ ਅਤੇ ਅਣਗਿਣਤ ਕਿਲੋਮੀਟਰ ਪੈਦਲ ਚੱਲ ਕੇ ਪਿੰਡ ਵਾਪਸ ਜਾਣ ਨੂੰ ਮਜਬੂਰ ਹੋਏ ਮਜ਼ਦੂਰਾਂ ਦੀ ਭੀੜ ਤੋਂ ਸਾਫ਼ ਹੋ ਵੀ ਚੁੱਕਾ ਹੈ ਜਾਂ ਹੋਣਾ ਅਜੇ ਬਾਕੀ ਹੈ। ਚੰਡੀਗੜ੍ਹ ਤੋਂ ਮੈਂ ਨੀਰਜ ਬਾਲੀ, ਨਿਊਜ਼ ਡੈਸਕ ਤੋਂ ਲਵਪ੍ਰੀਤ ਬਾਂਗੜ, ਨਿਊਜ਼ 18 ਪੰਜਾਬ।